हाँ जी। सो बस प्लीज़ ਅੱਜ ਆਪਾਂ ਮੈਥਸ ਦੇ ਵਿੱਚ ਬੇਸਿਕ ਮੈਥ ਦੇ ਨਾ ਆਪਾਂ 14 ਲੈਕਚਰ ਪੂਰੇ ਕਰ ਲਏ ਸੀ, ਜਿਹਦੇ 'ਚ ਆਪਣਾ ਤਕਰੀਬਨ ਸਾਰਾ ਬੇਸਿਕ ਮੈਥ ਹਰ ਟੌਪਿਕ ਨਾਲ ਰਿਲੇਟਡ ਕਵਰ ਹੋ ਗਿਆ। ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਅਸੀਂ ਆਪਸ਼ਨਸ ਤੋਂ ਸਵਾਲ ਕਿਵੇਂ ਚੱਕ ਸਕਦੇ ਹਾਂ। ਜਿਹੜੇ ਲਾਸਟ ਵਾਲੇ 2 ਲੈਕਚਰ ਆ, ਲੈਕਚਰ 13 ਤੇ ਲੈਕਚਰ 14, ਸਪੋਜ਼ ਕਰੋ ਤੁਸੀਂ ਜੇ ਤੁਹਾਡੇ ਕੋਲ ਜੇ ਤੁਸੀਂ ਘਰੇ ਜਾ ਕੇ ਇਸ ਲੈਕਚਰ ਨੂੰ ਆਪਣਾ ਦੇਖੋਗੇ ਤਾਂ ਤੁਸੀਂ ਜਾਂ ਲਾਈਵ ਕੋਰਸ ਦੇ ਵਿੱਚ ਹੋਵੋਗੇ ਜਾਂ ਤੁਸੀਂ PSSB ਜਾਂ PCS ਪ੍ਰੀ ਤੇ ਜਾਂ PPSC ਮੇਨਸ, ਤੁਸੀਂ ਭਾਵੇਂ ਆਪਣੇ ਨਾ ਜਿਹੜੇ PCS ਮੇਨਸ ਵਾਲੇ ਜਾਂ ਪ੍ਰੀ ਵਾਲੇ ਜਾਂ PSSB ਦੇ ਰਿਕਾਰਡਡ ਕੋਰਸ ਵਾਲੇ ਆ, ਉਹ ਲਾਈਵ ਕਲਾਸਿਸ ਤੋਂ ਬਿਨਾ ਜੇ ਉਹ ਆਪਣੇ ਪ੍ਰੀ ਰਿਕਾਰਡਡ ਕੋਰਸ ਦੇ ਵਿੱਚ ਮੈਥਸ ਦਾ ਫੋਲਡਰ ਵੀ ਖੋਲਣਗੇ, ਉਹਦੇ ਅੰਦਰ ਵੀ ਜਿਹੜਾ ਬੇਸਿਕ ਮੈਥ ਆ ਉਹ ਰਿਪਲੇਸ ਕਰਕੇ ਨਵਾਂ ਹੀ ਕਰਤਾ ਹੈ। ਤਾਂ ਜੋ ਜਿਹੜੀਆਂ ਇਸ ਬਾਰੇ 14 ਕਲਾਸਾਂ ਲੱਗੀਆਂ, ਇਹ 14 ਨਹੀਂ, 14 ਤੋਂ ਬਾਅਦ ਵੀ ਬੇਸਿਕ ਮੈਥ ਦੀਆਂ 3 ਤੋਂ 4 ਕਲਾਸਾਂ, ਪਰ ਉਹਨਾਂ ਦੀ ਲੋੜ ਆਪਾਂ ਨੂੰ ਅਜੇ ਨਹੀਂ। ਉਹ ਬੇਸਿਕ ਮੈਥ ਦੀਆਂ ਕਲਾਸਾਂ ਉਦੋਂ ਲੱਗਣਗੀਆਂ ਜਦੋਂ ਆਪਾਂ ਨੂੰ ਪਰਮੂਟੇਸ਼ਨ, ਕੰਬੀਨੇਸ਼ਨ, ਪ੍ਰੋਬੇਬਿਲਿਟੀ ਵਰਗੇ ਸਵਾਲ ਚੈਪਟਰ ਕਰਨੇ ਪੈਣਗੇ। ਸੋ ਬੇਸਿਕ ਮੈਥ 'ਚ 13 ਤੋਂ 14 ਕਲਾਸਾਂ ਤਾਂ ਹੁਣ ਲੱਗ ਗਈਆਂ, 14 ਤੇ 4 ਅੱਗੇ ਲੱਗਣਗੀਆਂ। ਜਿਹੜਾ ਮੈਥ ਆਪਾਂ ਨੂੰ ਅੱਜ ਤੱਕ PSSB ਪੁੱਛਦੀ ਆ, PPSC 'ਚ ਤਾਂ ਤੁਸੀਂ ਦੇਖੋ ਪ੍ਰੋਬੇਬਿਲਿਟੀ ਵੀ ਆਈ ਆ, ਜਿਹੜਾ ਪਿੱਛੇ ਜੇ ਪੇਪਰ ਹੋਇਆ 31 ਜੁਲਾਈ 2023 ਨੂੰ, ਤਾਂ ਪ੍ਰੋਬੇਬਿਲਿਟੀ ਵੀ ਆਈ ਆ, ਪਰਮੂਟੇਸ਼ਨ ਕੰਬੀਨੇਸ਼ਨ ਵੀ ਆਈ ਆ। ਪਰ PSSB ਦੇ ਪੇਪਰਾਂ 'ਚ ਜਿਹੜੇ ਕਿ ਅੱਜ ਤੋਂ ਬਾਅਦ ਸੀਨੀਅਰ ਸਹਾਇਕ, ਇਸ ਵਾਰ ਦਾ ਸੀਨੀਅਰ ਸਹਾਇਕ ਐਕਸੈਪਸ਼ਨ ਆ, ਉਹਦੇ 'ਚ ਅਪਵਾਦ ਆ ਕਿ ਉਹ ਪੇਪਰ ਸ਼ਾਇਦ PPSC ਹੀ ਲਵੇ, ਬਹੁਤ ਹੱਦ ਤੱਕ ਚਾਂਸ ਉਹਦੇ, ਬਿਕੋਜ਼ ਉਹਦੇ 'ਚ ਕੁਝ ਲੀਗਲ ਹਰਡਲਸ ਆ ਗਏ ਜਿੱਥੋਂ ਤੱਕ ਸਮਝ ਆ ਰਹੀ ਹੈ। ਅਦਰਵਾਈਜ਼ ਸਾਰੇ ਪੇਪਰ PSSB ਕੋਲ ਜਾਣੇ ਆ ਗਰੁੱਪ B ਦੇ, ਤੇ ਉਹਨਾਂ ਦਾ ਗਰੁੱਪ B ਦਾ ਲੈਵਲ ਨੈਚੁਰਲ ਜੀ ਗੱਲ ਆ ਅੱਡ ਹੋਊਗਾ। ਜਿੰਨਾ ਕੁ ਲੈਵਲ ਤੁਹਾਨੂੰ ਪਟਵਾਰੀ ਤੋਂ ਬਾਅਦ ਐਕਸਾਈਜ਼ ਇੰਸਪੈਕਟਰ ਦਾ ਮਹਿਸੂਸ ਹੋਇਆ, ਉਨਾ ਹੀ ਉਸ ਤੋਂ ਉੱਪਰ ਗਰੁੱਪ B ਦੇ ਪੇਪਰਾਂ ਦਾ ਮਹਿਸੂਸ ਹੋਣਾ ਚਾਹੀਦਾ ਹੈ, ਓਬਵੀਅਸ ਜੀ ਗੱਲ ਆ। ਸੋ ਉਸ ਲੈਵਲ ਤੇ ਜੇ ਆਪਾਂ ਗੱਲ ਕਰੀਏ ਤਾਂ ਜਿੰਨੇ ਚੈਪਟਰ ਆਪਾਂ ਮੈਥਸ ਦੇ ਕਰਨੇ ਆ, ਉਹਨਾਂ ਵਾਸਤੇ ਜਿਹੜੀ ਬੇਸਿਕ ਮੈਥ ਦੀ ਸਮਝ ਸੀ ਉਹ ਪੂਰੀ ਹੋ ਗਈ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਚੈਪਟਰ, ਦੈਟ ਇਜ਼ ਸਧਾਰਨ ਵਿਆਜ, ਭਾਵ ਸਿੰਪਲ ਇੰਟਰਸਟ। ਦੇਖੋ ਇੱਕ ਸਿੰਪਲ ਜੀ ਗੱਲ ਆ, ਚੈਪਟਰ ਕਰਨਾ, ਫਾਰਮੂਲੇ ਕਰਨੇ ਤਾਂ ਬਹੁਤ ਈਜ਼ੀ ਗੱਲ ਆ। ਸਭ ਤੋਂ ਪਹਿਲਾਂ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇ ਕਿ ਇਹ ਸਿੰਪਲ ਇੰਟਰਸਟ ਵਗੈਰਾ ਚੀਜ਼ ਹੈ ਕੀ ਆ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਬਿਨਾਂ ਕੋਈ ਸਵਾਲ ਦੀ ਸਮਝ ਰੱਖੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੇਸਿਕਲੀ ਸਿੰਪਲ ਇੰਟਰਸਟ, ਸਧਾਰਨ ਵਿਆਜ ਹੁੰਦਾ ਕੀ ਆ, ਤੇ ਮਿਸ਼ਰਤ ਵਿਆਜ, ਕੰਪਾਊਂਡ ਇੰਟਰਸਟ ਕੀ ਹੁੰਦਾ ਹੈ। ਤੁਸੀਂ ਸਿੰਪਲ ਤੇ ਕੰਪਾਊਂਡ ਇੰਟਰਸਟ 'ਚ ਜੇ ਫਰਕ ਸਮਝ ਗਏ ਤਾਂ ਸਮਝ ਲਓ ਕਿ ਤੁਹਾਨੂੰ ਬੜੇ ਆਰਾਮ ਨਾਲ ਪਤਾ ਲੱਗ ਗਿਆ। ਤੇ ਮੈਂ ਇਹ ਗੱਲ ਇਸ ਪੁਆਇੰਟ ਤੋਂ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ, ਜਿਵੇਂ ਆਪਾਂ ਆਪਣੇ ਪਿੰਡ 'ਚ ਆੜਤੀਆਂ ਨਾਲ ਡੀਲ ਕਰਦੇ ਹਾਂ ਜਾਂ ਬੈਂਕਾਂ ਨਾਲ ਡੀਲ ਕਰਦੇ ਹਾਂ। ਜਦੋਂ ਸਾਨੂੰ ਕੋਈ ਇਹ ਕਹਿ ਦਿੰਦਾ ਨਾ ਕਿ ਬਈ ਆੜਤੀ ਕੋਲ ਪੈਸੇ ਲੈ ਕੇ ਆਉਣੇ ਆ, ਕੀ ਕਹਿੰਦਾ, ਕੀ ਲਊਗਾ ਆਪਣੇ ਤੋਂ, ਉਹ ਕਹਿੰਦੇ 2 ਰੁਪਏ ਕਹਿ ਰਿਹਾ, ਤਾਂ ਉਹਨੂੰ ਕਹਿ ਸਕਦੇ ਆ ਯਾਰ ਕਿ ਸਾਡੇ ਗਵਾਂਢੀਆਂ ਨੇ ਵੀ ਤਾਂ ਲਏ ਆ ਪੈਸੇ ਤੇਰੇ ਤੋਂ, ਉਹਨੂੰ ਤੇ ਤੂੰ 1.5 ਰੁਪਈਆ ਦੱਸਿਆ। ਇੱਕ ਸ਼ਬਦ, ਉਹ ਵੋਕੈਬਲਰੀ ਜੋ ਆਪਣੇ ਪਿੰਡਾਂ 'ਚ ਅਕਸਰ ਵਰਤੀ ਜਾਂਦੀ ਹੈ। ਉਹ ਕਹਿੰਦਾ ਜੀ 2 ਰੁਪਏ ਕਹਿ ਰਿਹਾ ਸੀ, ਉਹ ਕਹਿੰਦੇ ਉਹਦਾ ਮੋੜ ਵੀ ਦਿੰਦੇ ਆ, ਇਸ ਕਰਕੇ ਉਹਨਾਂ ਨੂੰ ਮੈਂ 1.5 ਰੁਪਈਆ ਕਿਹਾ ਹੈ। ਇਹ ਆਮ ਭਾਸ਼ਾ ਹੈ ਜਿਹੜੀ ਅਸੇ ਸਾਡੇ ਵਰਤੀ ਜਾਂਦੀ ਆ। ਇਹ 1.5 ਰੁਪਏ, 2 ਰੁਪਏ, ਇਹ ਕੀ ਮਤਲਬ ਹੁੰਦਾ ਹੈ, ਇਹਦਾ ਮਤਲਬ ਸਮਝਦੇ ਆ। ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਕਹਿਤਾ ਕਿ ਆੜਤੀਆ ਵਿਆਜ 1.5 ਰੁਪਏ ਕਹਿੰਦਾ ਹੈ, 1.5 ਰੁਪਏ ਆੜਤੀਏ ਨੇ ਵਿਆਜ ਕਿਹਾ, ਇਹਦਾ ਮਤਲਬ ਕੀ ਆ, ਪਹਿਲਾਂ ਮਤਲਬ ਹੀ ਸਮਝ ਲਈਏ ਆਪਾਂ। ਉਹਦਾ ਮਤਲਬ ਇਹ ਆ ਕਿ ਤੁਸੀਂ ਏਦਾਂ ਕਰੋ, 100 ਰੁਪਇਆ ਮੇਰੇ ਤੋਂ ਲੈ ਜਾਓ, 100 ਰੁਪਇਆ ਮੇਰੇ ਤੋਂ ਲੈ ਜਾਓ, 1 ਮਹੀਨੇ ਬਾਅਦ 100 + 1.5 ਦੇ ਕੇ ਜਾਇਓ ਮੈਨੂੰ। 100 + 1.5 ਭਾਵ ਕਿੰਨਾ ਹੋ ਗਿਆ, 101 ਰੁਪਏ 50 ਪੈਸੇ, ਆਹੀ ਹੋਇਆ। ਮੈਨੂੰ 100 + 1.5 ਮੋੜ ਕੇ ਜਾਇਓ। 1 ਮਹੀਨੇ ਬਾਅਦ 100 ਰੁਪਏ ਪਿੱਛੇ ਮੈਂ ਤੁਹਾਡੇ ਕੋਲ 1.5 ਰੁਪਏ ਲਵਾਂਗਾ। ਤੇ ਜੇ ਤੁਸੀਂ 12 ਮਹੀਨਿਆਂ ਬਾਅਦ ਮੇਰੇ ਕੋਲ ਆਏ ਤਾਂ ਤੁਸੀਂ ਮੰਨ ਕੇ ਚੱਲੋ 12 ਮਹੀਨਿਆਂ ਬਾਅਦ ਮੈਂ 1.5 ਗੁਣਾ 12, 1.5 ਗੁਣਾ 12 ਕਿੰਨਾ ਹੁੰਦਾ ਹੈ, 1.5 ਗੁਣਾ 12 ਹੁੰਦਾ ਹੈ 18। ਮਤਲਬ ਕਿ ਸਾਲ ਵਾਸਤੇ ਮੈਂ ਤੁਹਾਨੂੰ ਪੈਸੇ ਦੇ ਦੂੰਗਾ, ਪਰ 100 ਰੁਪਏ ਪਿੱਛੇ 18 ਰੁਪਏ ਤੁਹਾਨੂੰ ਹੋਰ ਲੈ ਕੇ ਆਉਣੇ ਪੈਣਗੇ। ਮਤਲਬ ਪਰ ਐਨਮ, ਪ੍ਰਤੀ ਸਾਲ ਤੁਹਾਨੂੰ 18 ਰੁਪਏ ਦੇਣੇ ਪੈਣਗੇ। ਇਹ 18% ਵਿਆਜ ਹੁੰਦਾ ਹੈ। ਜਦੋਂ ਤੁਹਾਨੂੰ ਕੋਈ 1.5 ਰੁਪਏ ਕਹਿ ਦੇ ਨਾ ਕਿ 1.5 ਰੁਪਏ ਵਿਆਜ ਆ, ਆੜਤੀਏ ਵਿਆਜ ਹਮੇਸ਼ਾ ਮਹੀਨੇ ਦਾ ਦੱਸਦੇ ਆ। ਤੇ ਆਪਣੀਆਂ ਕਿਤਾਬਾਂ 'ਚ ਤੇ ਆਪਣੇ ਸਵਾਲਾਂ ਦੇ ਵਿੱਚ ਕਿਤਾਬ ਰੇਟ ਆਫ ਇੰਟਰਸਟ ਪਰ ਐਨਮ ਹੁੰਦਾ ਹੈ। 1.5 ਰੁਪਈਆ ਇਜ਼ ਇਕੁਅਲੈਂਟ ਟੂ 18%, 1 ਰੁਪਈਆ ਇਜ਼ ਇਕੁਅਲੈਂਟ ਟੂ 12%, 2 ਰੁਪਏ ਵਿਆਜ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ, 24% ਵਿਆਜ। ਜੇ ਆਪਾਂ ਨੂੰ ਕੋਈ ਕਹਿ ਦੇ ਕਿ ਆੜਤੀਆ 2 ਰੁਪਏ ਨੂੰ ਕਹਿ ਰਿਹਾ ਹੈ, ਤੇ ਅਕਸਰ ਕਈ ਵਾਰੀ ਜਦੋਂ ਜੱਟ ਦਾ ਰਿਲੇਸ਼ਨ ਉਹਦੇ ਨਾਲ ਆੜਤੀਏ ਨਾਲ ਇਕੁਏਸ਼ਨ ਖਰਾਬ ਹੋ ਜੇ, ਪਹਿਲੀ ਗੱਲ ਤਾਂ ਦਿੰਦਾ ਹੀ ਨਹੀਂ, ਤੇ ਜੇ ਦਊਗਾ ਤਾਂ ਰੇਟ ਆਫ ਇੰਟਰਸਟ ਬਹੁਤ ਕਹੂਗਾ।
ਆਪਾਂ ਨੂੰ ਲੱਗਦਾ 2 ਰੁਪਏ ਹੀ ਆ, 2%, 2 ਰੁਪਏ 2% ਨਹੀਂ ਹੁੰਦੇ। ਆਪਣੇ ਕਈ ਵਾਰੀ ਬਜ਼ੁਰਗ ਵੀ 2% ਕਹਿ ਦਿੰਦੇ ਕਿ 2% ਤੇ ਦੇ ਰਿਹਾ, ਉਹ 2% ਨਹੀਂ 2 ਰੁਪਇਆ ਹੁੰਦਾ ਹੈ। ਤੇ 2 ਰੁਪਏ ਇਕੁਅਲ ਟੂ ਕਿੰਨੇ % ਵਿਆਜ ਹੋ ਗਿਆ? 24%। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਵੋਕੈਬਲਰੀ ਸਮਝ ਆਉਣੀ ਚਾਹੀਦੀ ਹੈ। ਇੱਕ ਤਾਂ ਸਾਨੂੰ ਕਹਾਣੀ ਇਹ ਸਮਝ ਆ ਗਈ ਕਿ ਬਈ ਸਿੰਪਲ ਵਿਆਜ ਕਿੰਨੇ ਰੁਪਏ ਵਿਆਜ ਕਿੰਨੇ % ਹੁੰਦਾ। ਜੇ ਵੋਕੈਬਲਰੀ ਨਾ ਸਮਝ ਆਈ, ਸ਼ਬਦਾਵਲੀ ਨਾ ਸਮਝ ਆਈ, ਤਾਂ ਅਸੀਂ ਪਹਿਲੀ ਵਾਰ ਮੈਦਾਨ ਚ ਉਦੋਂ ਹੀ ਬਾਹਰ ਹੋ ਜਾਂਦੇ ਹਾਂ। ਹੁਣ ਆਪਾਂ ਮਸਲਾ ਅਗਲੇ ਲੈਵਲ ਤੇ ਹੱਲ ਕਰਦੇ ਹਾਂ ਆਪਾਂ ਕਿ ਅਗਲਾ ਪੁਆਇੰਟ ਕੀ ਆਪਣਾ। ਅਗਲਾ ਮਸਲਾ ਇਹ ਹੋ ਗਿਆ ਕਿ ਜੀ ਸਧਾਰਨ ਵਿਆਜ ਤੇ ਮਿਸ਼ਰਤ ਵਿਆਜ ਦੇ ਵਿੱਚ ਫਰਕ ਹੀ ਦੱਸ ਦਿਓ ਕੀ ਆ। ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਚ ਕੀ ਫਰਕ ਆ? ਜਦੋਂ ਵਿਆਜ ਤੇ ਵਿਆਜ ਲੱਗ ਜੇ ਉਹ ਕੰਪਾਊਂਡ ਇੰਟਰਸਟ ਆ, ਤੇ ਜਦੋਂ ਵਿਆਜ ਤੇ ਵਿਆਜ ਨਾ ਲੱਗੇ, ਸਿਰਫ ਮੂਲਧਨ ਤੇ ਵਿਆਜ ਲੱਗੇ, ਮੂਲਧਨ ਇਜ਼ ਦੈਟ ਪ੍ਰਿੰਸੀਪਲ ਅਮਾਉਂਟ, ਮੂਲਧਨ ਉਹ ਬੇਸਿਕ ਪ੍ਰਾਈਸ ਰਕਮ ਹੁੰਦੀ ਆ ਜਿਹੜੀ ਤੁਸੀਂ ਕਿਸੇ ਤੋਂ ਲੈ ਕੇ ਆਏ। ਜੇ ਸਾਲਾਂ ਦੇ ਸਾਲ ਪੈਸੇ ਕਿਸੇ ਕੋਲ ਲੈਣ ਦੇਣ ਚੱਲ ਰਿਹਾ ਹੈ ਤੇ ਸਿਰਫ ਮੂਲਧਨ ਤੇ ਭਾਵ ਪ੍ਰਿੰਸੀਪਲ ਵੈਲਿਊ ਤੇ ਵਿਆਜ ਲੱਗ ਰਿਹਾ ਹੈ, ਫਿਰ ਤਾਂ ਉਹ ਸਧਾਰਨ ਵਿਆਜ ਆ, ਸਿੰਪਲ ਇੰਟਰਸਟ। ਪਰ ਜੇ ਸਪੋਜ਼ ਕਰੋ ਜਿੰਨਾ ਤੁਸੀਂ 1 ਸਾਲ ਦਾ ਵਿਆਜ ਬਣ ਗਿਆ ਤੁਹਾਡਾ, ਉਹ ਪ੍ਰਿੰਸੀਪਲ ਚ ਐਡ ਕਰ ਦੋ, ਮੂਲਧਨ ਚ ਜੋੜ ਦੋ, ਅਗਲੇ ਸਾਲ ਦਾ ਵਿਆਜ ਕਹਿੰਦਾ ਮੈਂ ਇਹਦੇ ਤੇ ਲਾਉਂਗਾ, ਫਿਰ ਉਹ ਕੰਪਾਊਂਡ ਇੰਟਰਸਟ। ਜਦੋਂ ਦਾ ਤੁਸੀਂ ਕਿਸੇ ਨੂੰ ਪੈਸੇ ਦੇਣੇ ਹੁੰਦੇ ਆ ਤੇ ਅਗਲਾ ਤੁਹਾਨੂੰ ਕਹਿੰਦਾ ਮੈਂ ਤਾਂ ਸਿੰਪਲ ਇੰਟਰਸਟ ਤੇ ਲਾਉਂਗਾ, ਮਤਲਬ ਅਗਲੇ ਸਾਲ ਦਾ ਵਿਆਜ ਕੈਲਕੂਲੇਟ ਕਰਨ ਵਾਸਤੇ ਮੈਂ ਸਿਰਫ ਪ੍ਰਿੰਸੀਪਲ ਵੈਲਿਊ ਚੱਕੂਗਾ, ਮੂਲਧਨ ਨਹੀਂ ਚੱਕੂਗਾ ਜਿਹੜਾ ਤੁਹਾਡਾ। ਤੇ ਜਦੋਂ ਤੁਸੀਂ ਕਿਸੇ ਤੋਂ ਪੈਸੇ ਫੜਨੇ ਹੁੰਦੇ ਆ, ਫਿਰ ਅਗਲਾ ਗਲ ਪੈਣ ਨੂੰ ਫਿਰਦਾ ਕਿ ਮੈਂ ਤਾਂ ਕੰਪਾਊਂਡ ਇੰਟਰਸਟ ਭਾਵ ਮਿਸ਼ਰਤ ਵਿਆਜ ਤੇ ਹੀ ਪੈਸੇ ਦਊਂਗਾ। ਕੀ ਫਰਕ ਹੁੰਦਾ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ? ਮੰਨ ਕੇ ਚੱਲੋ ਤੁਹਾਡੇ ਕੋਲ 1000 ਰੁਪਈਆ ਹੈ, ਤੁਸੀਂ 1000 ਰੁਪਈਆ ਕਿਸੇ ਨੂੰ ਦੇਣਾ ਹੈ 2 ਸਾਲਾਂ ਵਾਸਤੇ। ਕਿੰਨੇ ਸਾਲਾਂ ਵਾਸਤੇ? 2 ਸਾਲਾਂ ਵਾਸਤੇ ਤੁਸੀਂ 1000 ਰੁਪਈਆ ਕਿਸੇ ਨੂੰ ਦੇਣਾ। ਦਿਸ ਇਜ਼ ਯੂਅਰ ਅਮਾਉਂਟ, ਇਹ ਤੁਹਾਡੀ ਰਕਮ ਆ। ਇਹਨੂੰ ਮੈਥ ਦੀ ਭਾਸ਼ਾ ਦੇ ਵਿੱਚ ਪ੍ਰਿੰਸੀਪਲ ਜਾਂ ਮੂਲਧਨ ਕਿਹਾ ਜਾਂਦਾ ਹੈ, ਠੀਕ ਆ। ਪ੍ਰਿੰਸੀਪਲ ਜਾਂ ਮੂਲਧਨ ਤੁਹਾਡਾ 1000 ਰੁਪਈਆ ਹੈ, ਤੁਸੀਂ 2 ਸਾਲਾਂ ਵਾਸਤੇ ਕਿਸੇ ਨੂੰ ਵਿਆਜ ਤੇ ਪੈਸੇ ਦੇਣੇ ਆ, ਤੇ ਰੇਟ ਆਫ ਇੰਟਰਸਟ ਵਿਆਜ ਦੀ ਦਰ 10% ਵਿਆਜ ਨਹੀਂ ਹੁੰਦਾ, ਇਹ ਵਿਆਜ ਦੀ ਦਰ ਹੁੰਦੀ ਆ। ਜਿਹੜੀ ਚੀਜ਼ ਪਰਸੈਂਟੇਜ ਦਾ ਵਿਆਜ ਕਿਵੇਂ ਹੋ ਸਕਦੀ ਆ? ਉਹ ਤਾਂ ਪਰ ਵਿਆਜ ਦੀ ਦਰ ਆ ਕਿ ਵਿਆਜ ਕਿਸ ਹਿਸਾਬ ਨਾਲ ਵੱਧ ਰਿਹਾ ਹੈ। ਇੱਧਰ ਵੀ ਰੇਟ ਆਫ ਇੰਟਰਸਟ 10% ਆ, ਠੀਕ ਆ। ਤੁਸੀਂ ਦੱਸੋ 10% ਦੇ ਹਿਸਾਬ ਨਾਲ 1000 ਰੁਪਈਆ ਤੁਸੀਂ ਕਿਸੇ ਨੂੰ ਦਿੱਤਾ, 1 ਸਾਲ ਬਾਅਦ ਉਹਦਾ ਕੀ ਬਣੂਗਾ? ਤੁਸੀਂ ਕਹੋਗੇ ਜੀ 1000 ਦਾ 1 ਸਾਲ ਬਾਅਦ 1000 ਦਾ 10% ਕੱਢ ਦੋ। ਨੋਰਮਲ ਮੈਥ ਆ, ਜੇ ਤਾਂ ਮੈਂ ਸਿੰਪਲ ਇੰਟਰਸਟ ਦਾ ਫਾਰਮੂਲਾ ਵੀ ਨਹੀਂ ਲਾਇਆ। 1000 ਦਾ 10%, 1000 ਦਾ ਮਤਲਬ 1000, ਦਾ ਮਤਲਬ ਗੁਣਾ, 10% ਦਾ ਮਤਲਬ 10/100। ਜਦੋਂ ਵੀ ਪਰਸੈਂਟੇਜ ਤੋੜੀਦਾ ਹੈ ਤਾਂ ਥੱਲੇ 100 ਨਾਲ ਡਿਵਾਈਡ ਕਰੀਦਾ। ਇਹ ਤੋਂ ਵੱਧ ਬੇਸਿਕ ਮੈਥ ਕੀ ਹੋ ਸਕਦਾ ਹੈ? ਆ 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟੀਆਂ ਗਈਆਂ ਤੇ ਵਿਆਜ ਕਿੰਨਾ ਆ ਗਿਆ? 100 ਰੁਪਏ। ਇਹਦਾ ਮਤਲਬ 1 ਸਾਲ ਬਾਅਦ ਤੁਹਾਨੂੰ ਕਿੰਨਾ ਵਿਆਜ ਦੇਣਾ ਪਊਗਾ ਨਾਲ? ਜੇ ਤੁਸੀਂ ਲੈ ਰਹੇ ਹੋ ਤਾਂ ਕਿੰਨਾ ਲਓਗੇ? 100 ਰੁਪਏ 1 ਸਾਲ ਬਾਅਦ। ਉਹਨੂੰ ਕਹਿੰਦਾ ਇਦਾਂ ਕਰ, ਅਗਲੇ ਸਾਲ ਦਾ ਵਿਆਜ ਵੀ ਦੱਸ ਦੇ ਕਿੰਨਾ ਹੋਊਗਾ। ਕਹਿੰਦਾ ਅਗਲੇ ਸਾਲ ਵੀ 1000 ਦਾ 10% ਹੀ ਹੋਊਗਾ, ਕਿਉਂਕਿ ਸਿੰਪਲ ਇੰਟਰਸਟ ਦਾ ਕਨਸੈਪਟ ਕੀ ਆ ਕਿ ਵਿਆਜ ਸਿਰਫ ਮੂਲਧਨ ਤੇ ਲੱਗੂਗਾ, ਪ੍ਰਿੰਸੀਪਲ ਵੈਲਿਊ ਤੇ ਲੱਗੂਗਾ। ਤੇ ਇੱਕ ਵਾਰੀ ਵਿਆਜ ਲਾ ਲਿਆ, ਜਦੋਂ ਤੂੰ 1000 ਰੁਪਇਆ ਮੋੜਦੀ, ਇੱਕ ਤਾਂ ਤੂੰ ਪ੍ਰਿੰਸੀਪਲ ਮੋੜਦੀ, ਇੱਕ ਤੋਂ ਇੰਟਰਸਟ ਮੋੜਦੀ। ਇੰਟਰਸਟ ਭਾਵ ਵਿਆਜ, ਤੇ ਵਿਆਜ ਕਿੰਨਾ? 100 ਰੁਪਇਆ ਪਹਿਲੇ ਸਾਲ ਦਾ, 100 ਰੁਪਇਆ ਦੂਜੇ ਸਾਲ ਦਾ। ਇਹ ਉਹ ਰਕਮ ਆ ਜਿਹੜੀ ਤੁਹਾਨੂੰ ਮੋੜਨੀ ਪਊਗੀ। ਕਿੰਨੀ ਮੋੜਨੀ ਪੈਗੀ ਭਲਾ? 1200 ਰੁਪਏ, ਠੀਕ ਆ। ਇਹਦਾ ਮਤਲਬ ਤੁਹਾਨੂੰ ਇੱਕ ਗੱਲ ਸਮਝ ਆ ਗਈ ਕਿ ਸਰ ਜਿਹੜਾ ਵਿਆਜ ਕੱਢਣ ਦਾ ਤਰੀਕਾ ਹੈ ਉਹ ਤਾਂ ਬੜਾ ਹੀ ਸੌਖਾ ਹੈ। ਸਿੰਪਲ ਇੰਟਰਸਟ ਦੇ ਕੇਸ ਦੇ ਵਿੱਚ, ਸਧਾਰਨ ਵਿਆਜ ਦੇ ਕੇਸ ਦੇ ਵਿੱਚ ਵਿਆਜ ਕੱਢਣਾ ਭਾਵ ਇੰਟਰਸਟ ਕੈਲਕੂਲੇਟ ਕਰਨਾ ਹੀ ਬਹੁਤ ਸੌਖਾ ਹੈ। ਤੁਸੀਂ ਕਿਹਾ ਜਿੰਨੀ ਤੁਹਾਡੀ ਮੂਲਧਨ ਆ, ਪ੍ਰਿੰਸੀਪਲ ਆ, ਜਿੰਨਾ ਉਹਦਾ ਰੇਟ ਆਫ ਇੰਟਰਸਟ ਆ ਆਰ ਆ, ਰੇਟ ਆਫ ਇੰਟਰਸਟ ਆਰ ਆ, ਉਹਦੇ ਬਟੇ ਚ ਕੀ ਪਾ ਦੋ? 100 ਪਾ ਦੋ। ਤੇ ਜੇ 1 ਸਾਲ ਦਾ ਕੱਢਣਾ ਸੀ ਸਰ, ਅਸੀਂ 1 ਸਾਲ ਨਾਲ ਮਲਟੀਪਲਾਈ ਕਰਦੇ ਆ। ਜੇ 2 ਸਾਲ ਦਾ ਕੱਢਣਾ, ਸਿੱਧਾ ਹੀ 2 ਨਾਲ ਮਲਟੀਪਲਾਈ ਕਰ ਦੋ, ਸਿੱਧਾ 200 ਰੁਪਏ ਆ ਜਾਊਗਾ। ਜੇ 3 ਸਾਲ ਦਾ ਕੱਢਣਾ, ਕਿੰਨੇ ਨਾਲ ਮਲਟੀਪਲਾਈ ਕਰ ਦੋ? 3 ਨਾਲ। ਤਾਂ ਤੁਸੀਂ ਇਦਾਂ ਕਰੋ ਜੀ, ਇੱਥੇ ਟੀ ਨਾਲ ਮਲਟੀਪਲਾਈ ਕਰੋ। ਇਹ ਤਾਂ ਜੀ ਸਾਡੇ ਕੋਲ ਸਿਰਫ ਕੀ ਕੈਲਕੂਲੇਟ ਹੋ ਕੇ ਆਇਆ? ਆਈ। ਆਈ ਮਤਲਬ ਇੰਟਰਸਟ, ਇੰਟਰਸਟ ਮਤਲਬ ਵਿਆਜ। ਵਿਆਜ ਬਰਾਬਰ ਹੈ ਮੂਲਧਨ ਗੁਣਾ ਵਿਆਜ ਦਰ ਗੁਣਾ ਸਮਾਂ ਅਵਧੀ ਬਟੇ 100, ਭਾਵ ਇੰਟਰਸਟ ਇਜ਼ ਇਕੁਅਲ ਟੂ ਪ੍ਰਿੰਸੀਪਲ ਇਨਟੂ ਰੇਟ ਇਨਟੂ ਟਾਈਮ ਬਾਏ 100। ਇਹ ਰਕਮ ਨਹੀਂ ਮੋੜਨੀ ਕਿਤੇ ਅਗਲੇ ਨੂੰ ਜਾ ਕੇ ਕਹਿ ਦੋ ਕਿ ਵਿਆਜ ਲੈ ਲਾ ਤੇ ਮੂਲਧਨ ਕਿੱਥੇ। ਤਾਂ ਤੁਸੀਂ ਮੋੜਨੀ ਆ ਰਕਮ, ਅਮਾਉਂਟ। ਇੰਗਲਿਸ਼ ਚ ਉਹਨੂੰ ਕਹਿੰਦੇ ਆ ਏ, ਅਮਾਉਂਟ। ਅਮਾਉਂਟ ਕੀ ਹੁੰਦੀ ਆ? ਇੱਕ ਪ੍ਰਿੰਸੀਪਲ ਤੇ ਨਾਲ ਕੀ? ਇੰਟਰਸਟ। ਆਹ ਚੀਜ਼ ਮੋੜਨੀ ਹੁੰਦੀ ਆ। ਮੂਲਧਨ ਵੀ ਮੋੜਨਾ ਹੁੰਦਾ, ਪ੍ਰਿੰਸੀਪਲ ਵੀ ਮੋੜਨਾ ਹੁੰਦਾ, ਤੇ ਨਾਲ ਜੋ ਵਿਆਜ ਲੱਗਿਆ ਹੈ ਉਹ ਵੀ ਮੋੜਨਾ ਹੁੰਦਾ ਹੈ।
बेसिक कंसैप्ट्स तो मैथ सीख लोगे ना तो तुहानू सब समझ आ जाऊगा, क्योंकि सिंपल इंटरस्ट कंपाउंड इंटरस्ट बड़ा अल्टीमेट चैप्टर है। ठीक है, ये असीं बहुत डैप्थ तक जावांगे, लास्ट तक जावांगे। जिवें दे सवाल अजकल कई सेंटर के पेपरां च पूछे जाते हैं, किश्तां बनाओ, सिंपल इंटरस्ट दी किश्तां, कंपाउंड इंटरस्ट दी किश्तां, ब्याज की इन्नियां किश्तां होणगियां, की हिसाब किताब होऊगा, पूरी डिटेल च जावांगे। सिंपल इंटरस्ट ते कंपाउंड इंटरस्ट वखरे वखरे चैप्टर होणगे, पर फिलहाल दी घड़ी पहला आपां बेसिक्स जा क्लीयर कर लीए कि कहानी की है। सो आ क्लीयर होने तो बाद नैक्सट आ जाओ। हाँ जी, सो नैक्सट ये गल क्लीयर होगी। उही 1000 रुपया मूल धन तुहाडा 1000 रुपया 2 सालां वास्ते तुसीं 10% ब्याज ते देना है, पर कंपाउंड इंटरस्ट अगला कहता जी मैं तो मिश्रित ब्याज लऊंगा, तो ये 2 सालों का हिसाब किताब की आऊगा। तो तुसीं कहोगे सर पहला मैं 1000 रुपया 10% के ब्याज से 1 साल वास्ते देता, तो दसो मेरा 1 साल बाद कितना ब्याज होया, कितना ब्याज होया 100 रुपया, आही आ। 1 साल बाद मेरी रकम कितनी बन गई सर, 1 साल बाद होगी मूल धन 1000 ते रकम ब्याज कितना 100 ते रकम कितनी होगी 1100। टोटल थोड़ी रकम कितनी हो गई है 1100 ਤੁਹਾਡੀ रकम हो गई है। ਹੁਣ ਇਹ ਖੇਡ ਸਾਰੀ 1100 ਦੇ इर्द गिर्द खेडी जाऊगी। ठीक है, ये सारी खेड 1100 ਦੇ इर्द गिर्द खेडी जाऊगी। आ ਜਿਹੜਾ 1100 रुपया ब्याज आ, ਇਹ ਜਿਹੜਾ 1100 ब्याज रकम बनी ਹੁਣ 1 साल बाद, ਹੁਣ अगला ब्याज ਇਹਦੇ ਤੇ ਲੱਗੂਗਾ। पिछला किस्सा की सीगा, अगले साल का ब्याज भी सिर्फ 1000 ते ही लगता सी, इस बार अगले साल का ब्याज किन्ने ते लग गया 1100 ते। पहले साल का ब्याज विच जुड़ गया, उस ब्याज ते भी ब्याज लग गया, नहीं तो सिर्फ 1000 ते ही ब्याज लगना सी। ਇਹਦੇ ਤੇ 10% लगू अगले 1 साल वास्ते। तुसीं कहोगे सर इत्थे 2 क्यों नहीं पाया, ओए 1100 रकम तो बाद तो 1 साल ही बचिया अगे, क्योंकि 1 साल तो तुसीं 1000 ते ब्याज दिता, पहले साल तुसीं 1000 रुपया फड़िया, पहले साल 1000 ते ब्याज दिता, कितना बन गया 1100। अगले साल तुसीं 1100 ते ब्याज देना है। हुण 1100 ते कितना 1 साल वास्ते, अगले साल वास्ते तो तुसीं 1100 ते ब्याज दिता 110 रुपए, कितना ब्याज दिता 110। तुसीं की पैसे मोड़ने आ, एक तो 1000 रुपया मोड़ना है मूल धन, एक मोड़ना तुसीं पहले साल का ब्याज जिहड़ा उस केस च भी 100 रुपया सी ते इस केस च भी कितना है 100 रुपया है। फिर मोड़ना दूजे साल का ब्याज जिहड़ा उस केस च 100 रुपए ही सी, क्योंकि उस केस च 1000 रुपये ब्याज लगना सी अगले साल भी, इस केस च अगले साल का ब्याज किन्ने ते लग गया 1100 ते। तां जिहड़ी तुसीं आ रकम मोड़ी आ, किन्नी मोड़ी आ 1210। ये रकम उस रकम नालों ज्यादा है कि घट है, ज्यादा है। मतलब जे मिश्रित ब्याज ते खेड रची जाऊगी, काम होऊगा, पैसे दा लैण देण होऊगा, तां पैसे लैण वाले नूं वध फायदा है, क्योंकि इस केस दे विच ब्याज 100 + 110 210 रुपए होया है, ते उस केस च ब्याज कितना सीगा 200 रुपए सी। इस केस दे विच ब्याज 210 रुपए आ ते उस केस दे विच ब्याज कितना है 200 रुपए। सो आपां नूं सब तो पहला तां इह कहानी क्लीयर हो गई कि रौला ते मसला सारा ब्याज दा सीगा। ठीक है, सो आ दसो जी कहानी क्लीयर हो गई अपने कोल कि एक केस च ब्याज 200 रुपए आ, एक च 210 रुपए आ। तुसीं कहोगे सर सिंपल इंटरस्ट का तो ठीक आ, जे 5 साल का भी कढ़ना पै जाए जां 8 साल का भी कढ़ना पै जाए, तो एक फार्मूला निकल आया कि ब्याज कढ़न का फार्मूला है मूल धन, ब्याज दर, रेट ऑफ इंटरस्ट ते समा बटे 100। अब बटे 100 कुछ नहीं हुंदा, ये रेट वाला परसेंटेज ही टुट के बटे 100 आउंदा है। तुसीं इत्थों ब्याज कढ़ लैंदे हो ते फिर कढ़दे हो रकम अमाउंट, वो हुंदा है प्रिंसीपल प्लस इंटरस्ट। एवें दा कंपाउंड इंटरस्ट का भी कोई फार्मूला दस दो, ये कंपाउंड इंटरस्ट च जे 8 साल का कढ़ना पै गया, पहला पहले साल का ब्याज कढ़ांगे, ਉਹਨੂੰ ਪ੍ਰਿੰਸੀਪਲ ਚ ਜੋੜਾਂਗੇ, ਫਿਰ ਅਗਲੇ ਸਾਲ ਉਹਦੇ ਤੇ ਵਿਆਜ ਲਾਵਾਂਗੇ 1 ਸਾਲ ਦਾ, ਉਹਨੂੰ ਪ੍ਰਿੰਸੀਪਲ ਚ ਜੋੜਾਂਗੇ ਮੂਲ ਧਨ ਚ, ਫਿਰ ਉਹਦੇ ਤੇ ਵਿਆਜ ਲਾਵਾਂਗੇ। ਨਹੀਂ, ਇਹਦਾ ਵੀ ਆਪਣਾ ਇੱਕ ਫਾਰਮੂਲਾ ਹੈਗਾ ਹੈ। ਠੀਕ ਆ, ਉਹ ਫਾਰਮੂਲਾ ਜਿਹੜਾ ਇਹਦਾ ਆਪਣਾ ਫਾਰਮੂਲਾ ਹੈ ਉਹ ਕੀ ਆ, ਆਜੋ ਜੇ ਆਪਾਂ ਇਹਦੇ ਫਾਰਮੂਲੇ ਦੀ ਗੱਲ ਕਰੀਏ ਕੰਪਾਊਂਡ ਇੰਟਰਸਟ ਵਾਲੇ ਕੇਸ ਦੀ। ਕੰਪਾਊਂਡ ਇੰਟਰਸਟ ਦਾ ਫਾਰਮੂਲਾ ਹੈ P1 + R/100, 1 + R/100 P ਦੇ ਨਾਲ ਗੁਣਾ ਚ, ਤੇ ਇਹਦੇ ਉੱਪਰ N ਜਾਂ T ਜੋ ਮਰਜ਼ੀ ਪਾ ਲਓ। ਇਹ ਆ ਜੀ ਫਾਰਮੂਲਾ। ਇੱਕ ਗੱਲ ਹੋਰ, ਇਸ ਕੇਸ ਦੇ ਵਿੱਚ ਇਹ ਫਾਰਮੂਲਾ ਵਿਆਜ ਦਾ ਨਹੀਂਗਾ, ਇਹ ਸਿੱਧੀ ਰਕਮ ਹੀ ਦੱਸਦਾ ਹੈ। ਇਹ ਆਪਣਾ ਕੰਪਾਊਂਡ ਸਿੰਪਲ ਇੰਟਰਸਟ ਚ ਵਿਆਜ ਕਿੰਨਾ ਬਣਿਆ ਸੀ 200,
ਤੇ ਕੰਪਾਊਂਡ ਇੰਟਰਸਟ ਚ ਮਿਸ਼ਰਤ ਵਿਆਜ ਚ ਵਿਆਜ ਕਿੰਨਾ ਬਣਿਆ ਸੀ 210। ਇਹ 210 ਨਹੀਂ ਕੱਢਦਾ। ਇਸ ਫਾਰਮੂਲੇ ਦੀ ਸਮੱਸਿਆ ਕੀ ਆ ਉਹ ਵੀ ਸੁਣ ਲਓ। ਇਹ ਸਿੱਧੀ ਰਕਮ ਕੱਢਦਾ ਹੈ। ਕਿਵੇਂ? ਨਹੀਂ ਯਕੀਨ ਤਾਂ ਦੇਖੋ, ਮੂਲਧਨ ਕਿੰਨਾ ਸੀ 1000, ਪ੍ਰਿੰਸੀਪਲ 1000 ਸੀ, ਰੇਟ ਆਫ ਇੰਟਰਸਟ ਕਿੰਨਾ ਸੀ 10%। ਕਿੰਨੇ ਸਾਲਾਂ ਦਾ ਰੌਲਾ ਸੀ 2 ਸਾਲਾਂ ਦਾ। 10 ਨਾਲ 100 ਕੱਟਿਆ ਗਿਆ, 1 ਜਮਾ 1/10। ਮੈਨੂੰ ਲੱਗਦਾ ਆ ਤਾਂ ਤੁਸੀਂ ਕਰ ਹੀ ਲਓਗੇ ਕਿ 1/1 ਲਘੁੱਤਮ ਕੱਢ ਕੇ ਇੱਥੇ ਆ ਗਿਆ 10 + 1 ਆ ਗਿਆ 11/10। ਮਤਲਬ ਇਹ ਕਿ 1000 ਗੁਣਾ 11/10 ਆ ਗਿਆ, ਕਿਉਂਕਿ ਇਹਨੂੰ ਸੋਲਵ ਕਰਕੇ 11/10 ਉਹਦਾ ਸਕੁਅਰ ਭਾਵ ਵਰਗ ਆ। ਮਤਲਬ ਸਾਫ਼ ਆ ਕਿ 2 ਵਾਰ ਗੁਣਾ ਕਰ ਦੋ। 1 0 1 0 1 0 1 0 11 ਗੁਣਾ 121 ਤੇ ਮਗਰ 1 0 ਆ 1210 ਵਿਆਜ ਥੋੜਾ ਹੈ। ਇਹ ਤਾਂ ਸਿੱਧੀ ਰਕਮ। ਇਟ ਮੀਨਸ ਕੰਪਾਊਂਡ ਇੰਟਰਸਟ ਦਾ ਜਦੋਂ ਤੁਸੀਂ ਫਾਰਮੂਲਾ ਯੂਜ਼ ਕਰੋਗੇ ਤਾਂ ਤੁਹਾਡੇ ਕੋਲ ਇੰਟਰਸਟ ਨਹੀਂ ਨਿਕਲਦਾ। ਕੀ ਨਿਕਲਦਾ ਹੈ? ਅਮਾਉਂਟ। ਆਹ ਫਾਰਮੂਲਾ ਇੰਟਰਸਟ ਦਾ ਨਹੀਂਗਾ, ਇਹ ਫਾਰਮੂਲਾ ਕਿਹਦਾ ਹੈ? ਅਮਾਉਂਟ ਦਾ। ਇੰਟਰਸਟ ਤਾਂ ਬਾਅਦ ਚ ਨਿਕਲੂਗਾ, ਅਮਾਉਂਟ ਵਿੱਚੋਂ ਕੀ ਸਬਟਰੈਕਟ ਕਰਕੇ? ਪ੍ਰਿੰਸੀਪਲ। ਮਤਲਬ ਕਿ ਸਿੰਪਲ ਇੰਟਰਸਟ ਦੇ ਫਾਰਮੂਲੇ ਚ ਸਿੱਧਾ ਇੰਟਰਸਟ ਨਿਕਲਦਾ ਹੈ ਤੇ ਅਮਾਉਂਟ ਕੱਢਣ ਵਾਸਤੇ, ਰਕਮ ਕੱਢਣ ਵਾਸਤੇ ਉਹਨੂੰ ਪ੍ਰਿੰਸੀਪਲ ਚ ਜੋੜਨਾ ਪੈਂਦਾ ਹੈ। ਕੰਪਾਊਂਡ ਇੰਟਰਸਟ ਵਾਲੇ ਕੇਸ ਚ ਫਾਰਮੂਲਾ ਐਵੇਂ ਬਣਿਆ ਹੈ ਕਿ ਉਹ ਚ ਸਿੱਧੀ ਰਕਮ ਨਿਕਲ ਆਉਂਦੀ ਹੈ ਤੇ ਉਹਦੇ ਚ ਮੂਲਧਨ ਭਾਵ ਪ੍ਰਿੰਸੀਪਲ ਕਢਾ ਕੇ ਵਿਆਜ ਕਿੰਨਾ ਲੱਗਿਆ ਉਹ ਪਤਾ ਕਰਨਾ ਪੈਂਦਾ ਹੈ। ਆਹ ਟਵਿਸਟ ਕਲੀਅਰ ਹੋ ਗਿਆ ਕਿ ਦੋਵਾਂ ਦੇ ਫਾਰਮੂਲਿਆਂ ਚ ਇੱਕ ਕਾਮਨ ਫਰਕ ਆ। ਦੂਜੀ ਗੱਲ ਇਹ ਵੀ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਮਿਸ਼ਰਤ ਵਿਆਜ ਹੁੰਦਾ ਕੀ ਹੈ, ਇਹ ਕੰਪਲੈਕਸ ਕਿਉਂ ਆ। ਹੁਣ ਇੱਥੋਂ ਤੱਕ ਦੀ ਸਟੋਰੀ ਤਾਂ ਸਮਝ ਆ ਗਈ, ਇਸ ਤੋਂ ਅੱਗੇ ਵੀ ਸਟੋਰੀ ਚੱਲੂਗੀ ਹਜੇ। ਸਿੰਪਲ ਇੰਟਰਸਟ ਦੀ ਸਟੋਰੀ ਤੇ ਕੰਪਾਊਂਡ ਇੰਟਰਸਟ ਦੀ ਸਟੋਰੀ ਇੱਥੋਂ ਅੱਗੇ ਵੀ ਚੱਲੂਗੀ। ਖਤਰਾ ਹੋਰ ਵੀ ਬਹੁਤ ਹੁੰਦਾ ਹੈ, ਇਸ ਤੋਂ ਵੱਧ ਕੇ ਵੀ। ਮੈਂ ਅੱਜ ਦੇਖੋ ਇੱਕ ਗੱਲ ਕਲੀਅਰ ਆ, ਮੈਥ ਦਾ ਕੋਈ ਚੈਪਟਰ, ਮੈਥ ਵੀ ਨਾ SS ਵਰਗਾ ਹੀ ਆ, ਸੋਸ਼ਲ ਸਟੱਡੀਜ਼ ਵਰਗਾ ਹੀ ਆ। ਕਹਾਣੀਆਂ ਦੇ ਰੂਪ ਚ ਸਮਝ ਆ ਗਿਆ ਤਾਂ ਆ ਗਿਆ, ਨਹੀਂ ਤਾਂ ਫਿਰ ਰੱਟਾ ਸ਼ਾਰਟਕਟ ਫਾਰਮੂਲੇ ਖਪਦੇ ਰਹੋਗੇ ਉਹਦੇ ਚ। ਐਟਲੀਸਟ ਪਤਾ ਲੱਗ ਜੇ। ਦੂਜੀ ਗੱਲ ਇਹ ਆ, ਜੇ ਮੈਥ ਦੀ ਸਮਝ ਆ ਗਈ, ਮੰਨ ਲਓ ਲੈਟ ਅਸ ਸਪੋਜ਼ ਕਿ ਮੈਥ ਦੀ ਸਮਝ ਹੀ ਆ ਗਈ ਜੇ ਤੁਹਾਨੂੰ, ਜੇ ਮੈਥ ਦਾ ਮਸਲਾ ਹੱਲ ਹੀ ਹੋ ਗਿਆ ਤਾਂ ਫਿਰ ਇੱਕ ਹੋਰ ਕਲੀਅਰ ਹੋ ਜਾਂਦੀ ਹੈ ਗੱਲ। ਘਰੇ ਜਦੋਂ ਘਰ ਦੇ ਆੜਤੀਏ ਕੋਲ ਬਹਿਣਗੇ ਜਾ ਕੇ ਤਾਂ ਦੋ ਗੱਲਾਂ ਸਮਝ ਵੀ ਆਉਂਦੀਆਂ ਕਿ ਉਹ ਕੀ ਬੋਲ ਰਿਹਾ ਹੈ। ਬਸ ਉਹਦੀ ਭਾਸ਼ਾ ਦੀ, ਉਹਦੀ ਵੋਕੈਬਲਰੀ, ਉਹਦੀ ਸ਼ਬਦਾਵਲੀ ਸਮਝਣ ਦੀ ਲੋੜ ਆ। ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਤੀ, ਉਹ 1 ਰੁਪਏ 2 ਰੁਪਏ ਐਵੇਂ ਦੇ ਸ਼ਬਦ ਵਰਤੂਗਾ। 1.5 ਰੁਪਏ ਤੁਸੀਂ ਉਹਨੂੰ ਪਹਿਲਾਂ ਪਰਸੈਂਟੇਜ ਚ ਕਨਵਰਟ ਕਰ ਲਓ, ਫਿਰ ਉਹ ਇੱਕ ਸ਼ਬਦ ਹੋਰ ਵਰਤਦਾ ਹੁੰਦਾ ਕਿ ਹਿਸਾਬ ਮੈਂ ਤੁਹਾਡਾ ਤਿਮਾਹੀ ਬਾਅਦ ਕਰੂੰਗਾ, ਜਾਂ ਮੈਂ ਤੁਹਾਡਾ ਹਿਸਾਬ ਛਮਾਹੀ ਬਾਅਦ ਕਰੂੰਗਾ, ਮੈਂ ਤੁਹਾਡਾ ਹਿਸਾਬ ਸਾਲ ਬਾਅਦ ਕਰੂੰਗਾ। ਓਏ ਆਹ ਕੀ ਗੱਲ ਹੋਈ? ਹਿਸਾਬ 6 ਮਹੀਨਿਆਂ ਬਾਅਦ ਕਰਨਾ, 3 ਮਹੀਨਿਆਂ ਬਾਅਦ ਕਰਨਾ ਤੇ ਸਾਲ ਬਾਅਦ ਕਰਨਾ, ਇਹਦੇ ਚ ਕੀ ਫਰਕ ਪੈਂਦਾ ਹੈ? ਇਹਦੇ ਚ ਬਹੁਤ ਵੱਡਾ ਫਰਕ ਆ। ਇਹ ਸਭ ਤੋਂ ਵੱਡਾ ਝੋਲ ਆ ਇੰਟਰਸਟ ਨੂੰ ਸਮਝਣ ਚ, ਕਿ ਤੁਸੀਂ ਪਰ ਐਨਮ ਜਾਂ ਪਰ ਸੈਮੀ ਐਨਮ, ਪ੍ਰਤੀ ਅੱਧਾ ਸਾਲ, ਪ੍ਰਤੀ ਕੁਆਟਰ, ਤਿਮਾਹੀ। ਤਿਮਾਹੀ ਸਮਝ ਗਏ ਨਾ? ਪ੍ਰਤੀ ਛਮਾਈ ਦਾ ਮਤਲਬ ਸਮਝ ਗਏ ਨਾ ਕੀ ਹੁੰਦਾ? 6 ਮਹੀਨਿਆਂ ਬਾਅਦ ਹਿਸਾਬ, ਸਾਲ ਬਾਅਦ ਹਿਸਾਬ। ਹੁਣ ਕੀ ਹੁੰਦਾ ਹੈ, ਸਪੋਜ਼ ਕਰੋ ਤੁਸੀਂ ਕਿਸੇ ਆੜਤੀ, ਤੁਹਾਡੇ ਕੋਲ ਕਈ ਵਾਰੀ ਕੀ ਹੁੰਦਾ, ਮੰਨ ਲਓ ਮੇਰੇ ਕੋਲ 4 ਪੈਸੇ ਪਏ ਹੁਣ, ਮੈਂ ਕਹਤਾ ਯਾਰ ਵੈਸੇ ਕੀ ਕਰਨੇ, ਆੜਤੀਏ ਨੂੰ ਦੇ ਆਉਣਾ, ਵਿਆਜ ਹੀ ਮਿਲੂਗਾ ਉਹਨਾਂ ਚਿਰ। ਮੈਂ ਆੜਤੀਏ ਨੂੰ ਪੈਸੇ ਦੇ ਦਿੱਤੇ ਤਾਂ ਮੈਨੂੰ ਕਹਿ ਦੂਗਾ ਕੋਈ ਨਾ ਜੀ ਸਾਲ ਬਾਅਦ ਹਿਸਾਬ ਕਰ ਦੂੰਗਾ ਮੈਂ ਤੁਹਾਡਾ, ਠੀਕ ਆ। ਤੇ ਮੈਂ ਕਹਿ ਦੂੰ ਯਾਰ ਜੇ ਮੈਨੂੰ 6 ਮਹੀਨੇ ਬਾਅਦ ਚਾਹੀਦੇ ਹੋਏ, ਕੋਈ ਨਹੀਂ ਆਪਾਂ ਸਾਲ ਦਾ ਹਿਸਾਬ ਕਰ ਦੂੰਗਾ ਮੈਂ, ਉਸ ਹਿਸਾਬ ਨਾਲ ਭਾਵੇਂ 6 ਮਹੀਨਿਆਂ ਬਾਅਦ ਲੈ ਜਾਓ, ਜਦੋਂ ਮਰਜ਼ੀ ਲੈ ਜਾਓ। ਆਪਾਂ ਗੱਲ ਅਣਗੌਲਿਆਂ ਕਰਤੀ। ਤੇ ਜਦੋਂ ਆਪਾਂ ਮਤਲਬ ਕਿ ਉਹਦੇ ਤੋਂ ਪੈਸੇ ਫੜੇ ਆ, ਫਿਰ ਕਹੂਗਾ ਜੀ ਇਦਾਂ ਕਰੇ ਜੀ ਇੱਕ ਵਾਰੀ ਤਿਮਾਹੀ ਦਾ ਹਿਸਾਬ ਕਰ ਦਿਓ, ਫਿਰ ਆਪਾਂ ਅੱਗੇ ਚੱਲਾਂਗੇ। ਐਨ ਕਿ ਸਾਫ਼ ਸੁਥਰਾ ਜਿਹਾ ਰਹਿੰਦਾ ਹੈ। ਗੱਲ ਸਾਫ਼ ਸੁਥਰੇ ਦੀ ਤਾਂ ਰਹੀ ਨਹੀਂ। ਤਿਮਾਹੀ ਬਾਅਦ ਹਿਸਾਬ ਚ ਉਹਨੂੰ ਬਹੁਤ ਫਾਇਦਾ ਹੈ। ਕੁਆਟਰਲੀ ਜਦੋਂ ਹਿਸਾਬ ਹੁੰਦਾ ਹੈ ਉਹਨੂੰ ਫਾਇਦਾ ਹੈ। ਤੁਸੀਂ ਇੱਕ ਗੱਲ ਦੇਖੋ, ਕਦੋਂ ਫਾਇਦਾ ਹੈ ਤੇ ਕਦੋਂ ਨਹੀਂ। ਹੁਣ ਤੁਸੀਂ ਸੋਚ ਕੇ ਦੇਖੋ, ਤੁਸੀਂ 1000 ਰੁਪਈਆ ਕਿਸੇ ਨੂੰ ਦਿੱਤਾ, ਠੀਕ ਆ, ਤੇ 1000 ਰੁਪਏ ਤੇ 12% ਵਿਆਜ ਆ। ਜਸਟ ਇੱਕ ਐਗਜ਼ਾਮਪਲ ਦੇ ਰਿਹਾ, 1000 ਰੁਪਏ ਤੇ ਕਿੰਨੇ % ਵਿਆਜ ਆ? 12% ਵਿਆਜ ਆ। ਹੁਣ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਜੇ 1000 ਰੁਪਏ ਤੇ 12% ਵਿਆਜ ਆ, ਠੀਕ ਆ, ਤਾਂ ਉਹ 1000 ਰੁਪਏ ਤੇ ਜੇ 12% ਵਿਆਜ ਹੈਗਾ ਆਪਣੇ ਕੋਲ, ਤਾਂ ਸਭ ਤੋਂ ਵੱਡੀ ਖੇਡ ਇੱਥੇ ਕੀ ਰਚੀ ਗਈ? ਉਹਨੇ 1000 ਰੁਪਏ ਤੇ 12% ਵਿਆਜ ਕਹਿਤਾ ਤੇ 1 ਸਾਲ ਬਾਅਦ ਉਹਨੇ ਕਹਿਤਾ ਪੈਸੇ। ਤਾਂ ਆਪਾਂ ਨੂੰ ਪਤਾ ਹੈ ਕਿ 12% ਦੇ ਹਿਸਾਬ ਨਾਲ ਜਿੰਨੇ ਵੀ 120 ਰੁਪਏ ਹੋਣਗੇ ਉਹ ਵਿਆਜ ਬਣੂਗਾ ਤੇ ਮੈਂ ਦੇ ਦੂੰਗਾ, ਠੀਕ ਆ। ਫਿਰ ਉਸ ਤੋਂ ਬਾਅਦ ਅਗਲੇ ਸਾਲ ਵਾਸਤੇ ਲਊਂਗਾ ਤਾਂ ਉਹ 112 ਜਿੰਨੇ ਵੀ ਬਣਨਗੇ 1120 ਰੁਪਏ ਉਹਦੇ ਤੇ ਵਿਆਜ ਲਾ ਦੂੰਗਾ, ਕਿਉਂਕਿ ਉਹਨੇ ਮੈਨੂੰ ਕਿਹਾ ਹੋਇਆ ਕਿ ਮੈਂ ਲਾਉਂਗਾ ਕੰਪਾਊਂਡ ਇੰਟਰਸਟ ਦੀ ਮਿਸ਼ਰਤ ਵਿਆਜ ਹੀ। ਪਰ ਜੇ ਉਹ ਕਵੇ ਕਿ ਜਨਾਬ ਹਿਸਾਬ 6 ਮਹੀਨੇ ਬਾਅਦ ਕਰ ਜਿਓ ਕੰਪਾਊਂਡ ਇੰਟਰਸਟ ਚ, ਤੁਸੀਂ
साल बाद थोड़ा ਉਹਦੇ ਕੋਲ ਜਾਓਗੇ, किन्ने महीने बाद जाओगे, 6 महीने बाद। ਉਹ ਜਿੰਨਾ ਤੁਹਾਡਾ 6 ਮਹੀਨਿਆਂ ਦਾ ਵਿਆਜ ਬਣਿਆ, 6 ਮਹੀਨਿਆਂ ਦਾ ਵਿਆਜ ਬਣਿਆ, ਉਸ 6 ਮਹੀਨਿਆਂ ਦੇ ਵਿਆਜ ਨੂੰ ਪ੍ਰਿੰਸੀਪਲ ਚ ਜੋੜ ਦੂਗਾ ਤੇ ਅਗਲੇ 6 ਮਹੀਨਿਆਂ ਬਾਅਦ ਤੇ ਵਿਆਜ ਉਹਦੇ ਤੇ ਲਾ ਦੂਗਾ। ਨਹੀਂ ਤਾਂ ਤੁਸੀਂ ਆਪ ਸੋਚ ਕੇ ਦੇਖੋ, ਤੁਹਾਡੇ ਤੇ ਵਿਆਜ ਕਿਵੇਂ ਲੱਗਣਾ ਸੀ? 1000 ਰੁਪਏ ਤੇ 1 ਸਾਲ ਵਿਆਜ ਚੱਲਣਾ ਸੀਗਾ। ਹੁਣ ਉਹਨੇ ਕੀ ਕੀਤਾ, 1000 ਰੁਪਏ ਤੇ 6 ਮਹੀਨਿਆਂ ਬਾਅਦ ਵਿਆਜ ਲਾਤਾ। ਜਦੋਂ 1000 ਰੁਪਏ ਤੇ 6 ਮਹੀਨਿਆਂ ਬਾਅਦ ਵਿਆਜ ਲਾਤਾ, ਕੁਛ ਤਾਂ ਰਕਮ ਵਧੀ ਹੋਊਗੀ। ਅਗਲੇ 6 ਮਹੀਨਿਆਂ ਦਾ ਵਿਆਜ ਉਸ 1000 ਤੋਂ ਉੱਪਰਲੇ ਰੁਪਈਆਂ ਤੇ ਲੱਗੂਗਾ। ਬੇਸ਼ੱਕ 60 ਰੁਪਏ ਉੱਪਰ ਵਧੇ ਹੋਣ, 1060 ਹੀ ਹੋਏ ਹੋਣ, ਅਗਲੇ 6 ਮਹੀਨਿਆਂ ਦਾ ਵਿਆਜ 1000 ਤੇ ਨਹੀਂ ਲੱਗੂਗਾ, 1060 ਤੇ ਲੱਗੂਗਾ। ਇਟ ਮੀਨਸ ਇੱਕ ਬੰਦਾ ਜਿੰਨੀ ਛੇਤੀ ਛੇਤੀ ਤੁਹਾਨੂੰ ਹਿਸਾਬ ਕਰਨ ਵਾਸਤੇ ਕਹਿ ਰਿਹਾ ਹੈ, ਇਹਦਾ ਮਤਲਬ ਉਹ ਆਪਣੇ ਹਿਸਾਬ ਨੂੰ ਉਨੀਆਂ ਛੋਟੀਆਂ ਛੋਟੀਆਂ ਕਿਸ਼ਤਾਂ 'ਚ ਬਦਲ ਰਿਹਾ ਹੈ। ਉਹ ਚਾਹੁੰਦਾ ਕਿ ਵੱਧ ਤੋਂ ਵੱਧ ਕਿਸ਼ਤਾਂ ਪਾਵਾਂ ਇਹਨਾਂ ਨੂੰ, ਵੱਧ ਤੋਂ ਵੱਧ। ਜੇ ਉਹ 6 ਮਹੀਨੇ ਦੀ ਜਗ੍ਹਾ ਤੇ ਤਿਮਾਹੀ ਬਾਅਦ ਆਉਂਦਾ ਹੈ, 3 ਮਹੀਨਿਆਂ ਬਾਅਦ ਹੀ ਤੁਹਾਨੂੰ ਹਿਸਾਬ ਲਈ ਬੁਲਾ ਲੈਂਦਾ ਹੈ। ਇਹਦਾ ਮਤਲਬ ਵੈਸੇ ਤਾਂ 1000 ਰੁਪਏ ਤੇ ਪੂਰਾ ਸਾਲ ਇੱਕੋ ਹੀ ਵਿਆਜ ਲੱਗਣਾ ਸੀਗਾ, ਪਰ ਹੁਣ 1000 ਰੁਪਏ ਤੇ ਪਹਿਲਾ ਵਿਆਜ 3 ਮਹੀਨਿਆਂ ਬਾਅਦ ਲੱਗ ਗਿਆ। ਉਹ ਚ ਕੁਛ ਕੁ ਤਾਂ ਰਕਮ ਜੁੜੀ ਹੋਊਗੀ, ਅਗਲੇ 3 ਮਹੀਨਿਆਂ ਬਾਅਦ ਉਹਦੇ ਤੇ ਵਿਆਜ ਲੱਗ ਜਾਣਾ ਹੈ, ਥੋੜਾ ਜਿਹਾ ਉਹਦਾ ਫਾਇਦਾ ਮਿਲ ਗਿਆ ਉਹਨੂੰ। 6 ਮਹੀਨਿਆਂ ਬਾਅਦ ਜੋ ਡਬਲ ਜੁੜ ਗਿਆ ਉਹਦੇ ਤੇ ਵਿਆਜ ਲਾਊਗਾ, 9 ਮਹੀਨਿਆਂ ਬਾਅਦ ਫਿਰ ਇੱਕ ਵਿਆਜ, ਸਾਲ ਬਾਅਦ ਵਿਆਜ ਕਿੱਥੇ ਪਹੁੰਚ ਗਿਆ। ਇਹਦਾ ਮਤਲਬ ਨਾਰਮਲੀ ਜੇ ਇੱਕ ਕਿਸ਼ਤ 'ਚ ਤੁਸੀਂ ਪੈਸੇ ਦਾ ਹਿਸਾਬ ਨਿਬੇੜਿਆ ਹੁੰਦਾ ਤੇ ਉਹ 10% ਵਿਆਜ ਹੁੰਦਾ, ਤੇ ਜੇ ਉਹ 4 ਵਾਰ 'ਚ ਹਿਸਾਬ ਕਰ ਗਿਆ, ਤਿਮਾਹੀ ਦਾ ਹਿਸਾਬ ਕਰ ਗਿਆ, ਤਾਂ ਉਹ 10% ਦੀ ਜਗ੍ਹਾ ਤੇ ਬਾਅਦ 'ਚ ਪਤਾ ਲੱਗਦਾ ਕਿ ਉਹ 11-12%। ਬੈਂਕ ਵਾਲੇ ਜਦੋਂ ਸਾਨੂੰ ਲੋਨ ਦਿੰਦੇ ਆ, ਅਸੀਂ ਇਹੀ ਪੁੱਛਣਾ ਹੁੰਦਾ ਕਿ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਆ ਕਿੰਨੇ ਪਰਸੈਂਟ ਆ। ਉਹ ਕਹਿੰਦਾ ਜੀ ਸਾਡਾ ਰੇਟ ਆਫ ਇੰਟਰਸਟ ਹੈਗਾ 12%। ਉਹ ਫਲਾਣੀ ਫਰਮ ਵਾਲਿਆਂ ਦਾ ਤਾਂ 11% ਆ ਅਜੀ, ਉਹਨਾਂ ਦਾ ਕੰਪਾਊਂਡ ਇੰਟਰਸਟ ਮੰਥਲੀ ਆ, ਉਹ ਮਹੀਨੇ ਬਾਅਦ ਹਿਸਾਬ ਕਰਦੇ ਆ। ਤੁਹਾਨੂੰ ਨਹੀਂ ਦੱਸਦੇ ਹੋਣਗੇ, ਪਰ ਉਹ ਤੁਹਾਡੇ ਤੇ ਵਿਆਜ ਮਹੀਨੇ ਬਾਅਦ ਲਾਉਂਦੇ ਆ। ਮਹੀਨੇ ਦੀ ਰਕਮ ਉਹਦੇ ਤੇ ਵਿਆਜ ਅਸੀਂ ਲਾਉਣੇ ਆ ਜੀ ਛਮਾਈ ਬਾਅਦ। ਸਾਡਾ 12% ਵੀ ਉਹਨਾਂ ਦੇ 11% ਤੋਂ ਥੋੜਾ ਹੈ। ਸੋ ਕਈ ਵਾਰੀ ਆਹ ਕੈਲਕੂਲੇਸ਼ਨਸ ਵੀ ਨਿਕਲਦੀਆਂ ਹੈ। ਜਦੋਂ ਤੁਹਾਨੂੰ ਕਿਸੇ ਨੇ ਕਹਿਤਾ ਪਰ ਸੈਮੀ ਐਨਮ ਜਾਂ ਪਰ ਕੁਆਟਰ, ਸਿੰਪਲ ਇੰਟਰਸਟ ਦੇ ਕੇਸ 'ਚ ਕੋਈ ਚੱਕਰ ਨਹੀਂ। ਤੁਸੀਂ ਕਹੋਗੇ ਸਰ ਸਿੰਪਲ ਇੰਟਰਸਟ ਸਧਾਰਨ ਵਿਆਜ 'ਚ ਕੋਈ ਚੱਕਰ ਕਿਉਂ ਨਹੀਂਗਾ? ਸਧਾਰਨ ਵਿਆਜ 'ਚ ਭਾਵੇਂ ਤੁਸੀਂ ਕਿਸ਼ਤਾਂ 2 ਕਰ ਲਓ, ਭਾਵੇਂ 6 ਮਹੀਨੇ ਬਾਅਦ ਹਿਸਾਬ ਕਰ ਲਓ, ਭਾਵੇਂ 3 ਮਹੀਨੇ ਬਾਅਦ ਹਿਸਾਬ ਕਰ ਲਓ, ਰੇਟ ਆਫ ਇੰਟਰਸਟ ਸਿਰਫ ਕਿਹਦੇ ਤੇ ਲੱਗਣਾ ਹੈ? ਮੂਲਧਨ ਤੇ ਮੂਲਧਨ ਤਾਂ ਉਹੀ ਰਹਿਣਾ ਹੈ, ਪ੍ਰਿੰਸੀਪਲ ਤਾਂ ਉਹੀ ਰਹਿਣਾ ਹੈ। ਇਸ ਕਰਕੇ ਸਿੰਪਲ ਇੰਟਰਸਟ ਦੇ ਕੇਸ 'ਚ ਭਾਵੇਂ ਮਹੀਨੇ ਬਾਅਦ ਹਿਸਾਬ ਹੁੰਦਾ ਰਵੇ, ਕੋਈ ਟੈਨਸ਼ਨ ਨਹੀਂ। ਆ ਜਿਹੜਾ ਪਰ ਐਨਮ, ਪਰ ਸੈਮੀ ਐਨਮ, ਪਰ ਕੁਆਟਰ ਹਿਸਾਬ ਰੇਟ ਆਫ ਇੰਟਰਸਟ ਦੀ ਗੱਲ ਹੁੰਦੀ ਆ ਜਾਂ ਸਵਾਲਾਂ ਦੀ ਗੱਲ ਹੁੰਦੀ ਆ, ਇਹ ਚੱਕਰ ਸਿਰਫ ਤੇ ਸਿਰਫ ਕੰਪਾਊਂਡ ਇੰਟਰਸਟ ਵਾਲੇ ਸਵਾਲਾਂ 'ਚ ਹੀ ਗੇਮ ਘਮਾਉਂਦਾ ਹੈ। ਕਿਉਂਕਿ ਉਹਦੇ ਤੇ ਵਿਆਜ ਇਕੱਲੇ ਪ੍ਰਿੰਸੀਪਲ ਤੇ ਨਹੀਂ ਲੱਗਣਾ ਹੁੰਦਾ, ਪ੍ਰਿੰਸੀਪਲ ਤੇ ਵਿਆਜ ਤਾਂ ਸਿਰਫ ਪਹਿਲੀ ਵਾਰ ਲੱਗਦਾ ਹੈ। ਜਦੋਂ ਤੁਸੀਂ ਪਹਿਲੀ ਵਾਰ ਵਾਲੇ ਪੈਸੇ ਮੋੜ ਆਉਂਦੇ ਹੋ, ਮਤਲਬ ਜੇ ਉਹ ਰੇਟ ਆਫ ਇੰਟਰਸਟ ਪਰ ਐਨਮ ਆ ਤਾਂ ਮਤਲਬ ਤੁਸੀਂ ਸਾਲ ਬਾਅਦ ਮੋੜ ਕੇ ਆਏ ਹੋ, ਤੇ ਜੇ ਸੈਮੀ ਐਨਮ ਦਾ ਹਿਸਾਬ ਆ ਤਾਂ 6 ਮਹੀਨੇ ਬਾਅਦ ਹਿਸਾਬ ਕਰਕੇ ਜਦੋਂ ਪਹਿਲੀ ਵਾਰ ਹਿਸਾਬ ਕਰ ਆਏ ਤਾਂ ਜਿੰਨਾ ਤੁਹਾਡਾ ਵਿਆਜ ਬਣਿਆ ਉਹ ਤੁਹਾਡੇ ਪ੍ਰਿੰਸੀਪਲ 'ਚ ਜੁੜ ਜਾਣਾ ਹੈ, ਅਗਲਾ ਵਿਆਜ ਤੁਹਾਡਾ ਉਹਦੇ ਤੇ ਲੱਗਣਾ ਹੈ। ਇਸ ਕਰਕੇ ਇਹੋ ਜਿਹੇ ਹਿਸਾਬ ਕਿਤਾਬ 'ਚ ਪਰ ਐਨਮ 'ਚ ਰਿਹਾ ਕਰੋ, ਪਰ ਸੈਮੀ ਐਨਮ 'ਚ ਨਹੀਂ। ਛਮਾਈ ਬਾਅਦ ਨਹੀਂ ਹਿਸਾਬ, ਛਮਾਈ ਤੋਂ ਵੀ ਖਤਰਨਾਕ ਹਿਸਾਬ ਹੁੰਦਾ ਹੈ ਕਿੰਨਾ, ਜਿਹੜਾ ਆਪਣਾ ਕਿੰਨੇ ਚਿਰ ਬਾਅਦ ਹੁੰਦਾ ਹੈ? 3 ਮਹੀਨੇ ਬਾਅਦ। ਤੇ ਇਸ ਤੋਂ ਵੀ ਖਤਰਨਾਕ ਹਿਸਾਬ ਬੈਂਕਾਂ ਦਾ ਹੈ, ਜਦੋਂ ਆਪਾਂ ਨੂੰ ਕਿਸ਼ਤ ਪੈਸੇ ਦਿੰਦੇ ਆ ਮਹੀਨੇ ਬਾਅਦ ਵਾਲਾ ਹਿਸਾਬ। ਕਈ ਬੈਂਕ ਮਹੀਨੇ ਦੇ ਹਿਸਾਬ ਨਾਲ ਦੱਸਦੇ ਨਹੀਂ ਆਪਾਂ ਨੂੰ, ਉਹ ਲੈਂਦੇ ਆ ਕਿ ਇੰਨੇ % ਵਿਆਜ ਆ ਕੰਪਾਊਂਡਡ ਮੰਥਲੀ, ਇੰਨੇ % ਵਿਆਜ ਆ ਕੰਪਾਊਂਡਡ ਸੈਮੀ ਐਨੂਅਲੀ। ਸੈਮੀ ਐਨੂਅਲੀ ਛਮਾਈ ਬਾਅਦ ਵਾਲਾ ਹਿਸਾਬ ਜ਼ਿਆਦਾ ਖਤਰਨਾਕ ਆ ਸਾਲ ਵਾਲੇ ਹਿਸਾਬ ਤੋਂ, ਕਿਉਂਕਿ 6 ਮਹੀਨਿਆਂ ਬਾਅਦ ਜਿਹੜਾ ਤੁਹਾਡਾ ਵਿਆਜ ਬਣਿਆ ਉਹਨੂੰ ਪ੍ਰਿੰਸੀਪਲ 'ਚ ਜੋੜ ਦੇਣਗੇ ਤੇ ਪ੍ਰਿੰਸੀਪਲ ਵੱਧ ਜਾਊਗਾ, ਅਮਾਊਂਟ ਹੀ ਵੱਧ ਜਾਂਦੀ ਹੈ। ਸਿੰਪਲ ਇੰਟਰਸਟ ਦੇ ਵਿੱਚ ਇਹੋ ਜਿਹਾ ਕੋਈ ਰੌਲਾ ਨਹੀਂ, ਕਿਉਂਕਿ ਸਿੰਪਲ ਇੰਟਰਸਟ ਦੇ ਵਿੱਚ ਜਿਹੜਾ ਪਹਿਲੀ ਵਾਰ ਪ੍ਰਿੰਸੀਪਲ ਆ ਵਿਆਜ ਉਹਦੇ ਤੇ ਹੀ ਲੱਗਦਾ ਹੈ। 1000 ਰੁਪਇਆ ਤਾਂ 1000 ਤੇ ਲੱਗੂਗਾ, ਭਾਵੇਂ ਪਹਿਲੇ ਸਾਲ ਆ, ਭਾਵੇਂ ਦੂਜੇ ਸਾਲ ਆ, ਭਾਵੇਂ ਤੀਜਾ ਸਾਲ ਆ। ਪਰ ਕੰਪਾਊਂਡ ਇੰਟਰਸਟ ਦੇ ਕੇਸ 'ਚ ਐਵੇਂ ਨਹੀਂ ਹੁੰਦਾ, ਮਿਸ਼ਰਤ ਵਿਆਜ ਦੇ ਕੇਸ 'ਚ ਐਵੇਂ ਨਹੀਂ ਹੁੰਦਾ। ਸੋ ਆਹ ਤਾਂ ਹੋ ਗਈ ਕਹਾਣੀ ਕਲੀਅਰ ਕਿ ਬਈ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦੇ ਵਿੱਚ ਕੀ ਫਰਕ ਆ। ਹੁਣ ਮਸਲਾ ਇਹ ਆ ਕਿ ਆਪਾਂ ਸਵਾਲ ਵੀ ਕਰ ਲਈਏ, ਪਰ ਸਵਾਲ ਕਰਨ ਤੋਂ ਪਹਿਲਾਂ ਮੈਂ ਇੱਕ ਬੇਸਿਕਸ ਕਲੀਅਰ ਕਰਾਏ ਸੀ। ਉਸੇ ਬੇਸਿਕਸ ਦੇ ਆਧਾਰ ਤੇ ਮੈਂ ਕਿਹਾ ਵਿਆਜ ਬਰਾਬਰ ਹੈ ਮੂਲਧਨ ਗੁਣਾ ਵਿਆਜ ਦੀ ਦਰ। ਆਰ ਇਜ਼ ਨੋਟ ਇੰਟਰਸਟ, ਇਟ ਇਜ਼ ਨੋਟ ਵਿਆਜ, ਇਹ ਵਿਆਜ ਦੀ ਦਰ ਆ। ਪਰਸੈਂਟੇਜ ਚ ਹੋਣ ਕਰਕੇ ਇਹਦੇ ਬਟੇ ਚ ਕੀ ਆ ਗਿਆ 100 ਤੇ ਗੁਣਾ ਸਮਾਂ, ਠੀਕ ਆ, ਜਿੰਨੀ ਅਵਧੀ ਆ ਵਿਆਜ ਉਹਦੀ। ਫੇਰ ਤੁਸੀਂ ਇਹਦੇ ਤੋਂ ਰਕਮ ਕੱਢਦੇ ਹੋ ਤਾਂ ਇਹ ਬਣ ਜਾਂਦੀ ਆ ਇੰਟਰਸਟ ਪਲੱਸ ਪ੍ਰਿੰਸੀਪਲ। ਹੁਣ ਸ਼ਬਦਾਵਲੀ ਕੀ ਆ, ਪੇਪਰ ਦੇ ਵਿੱਚ ਕੀ ਆਉਂਦਾ ਹੁੰਦਾ ਹੈ, ਕਹਿੰਦੇ 1200 ਦੀ ਰਕਮ 8% ਸਧਾਰਨ ਵਿਆਜ ਤੇ 2 ਸਾਲਾਂ ਬਾਅਦ ਕਿੰਨੀ ਹੋ ਜਾਵੇਗੀ।
amount of 8,000 after rate of interest ਇੰਨੇ percent what will become after 2 years 800 ਦੀ ਰਕਮ 800 ਦੀ ਰਕਮ ਕਈ ਲੋਕ ਕਹਿੰਦੇ ਸਰ ਰਕਮ ਦਾ ਮਤਲਬ ਹੁੰਦਾ ਅਮਾਉਂਟ ਇਹਦਾ ਮਤਲਬ ਅਮਾਉਂਟ ਦਾ ਮਤਲਬ ਫਾਈਨਲ ਵਾਲੀ ਵੈਲਿਊ ਦਿੱਤੀ ਹੋਈ ਆ ਨਹੀਂ ਸਵਾਲ ਦੀ ਸੈਂਸ ਚੋਂ ਦੇਖੋ ਉਹ ਕਹਿੰਦਾ 800 ਦੀ ਰਕਮ ਕਿੰਨੀ ਬਣ ਜਾਵੇਗੀ ਇਹਦਾ ਮਤਲਬ 800 ਰੁਪਇਆ ਤੁਸੀਂ ਕਿਸੇ ਨੂੰ ਦੇਣਾ ਹੈ ਉਹ ਕਿੰਨਾ ਬਣ ਜਾਵੇਗਾ ਬਾਅਦ ਦੀ ਗੱਲ ਆ 800 ਕੀ ਹੈ ਭਲਾ ਪ੍ਰਿੰਸੀਪਲ ਮੂਲ ਧਨ ਆ ਤੁਹਾਡਾ ਸੋ ਸ਼ਬਦਾਂ ਨੂੰ ਸਮਝਣ ਦੀ ਗੱਲ ਆ ਜਿਹੜਾ ਬੰਦਾ ਸ਼ਬਦਾਂ ਨੂੰ ਸਮਝ ਗਿਆ ਸਮਝ ਲਓ ਉਹਦੀ ਕਹਾਣੀ ਜਿਹੜੀ ਆ ਕਲੀਅਰ ਹੋ ਗਈ ਸੋ ਹੁਣ ਆਪਾਂ ਆਪਣੇ ਸਵਾਲਾਂ ਨੂੰ ਬੜੇ ਆਰਾਮ ਨਾਲ ਟੈਕਲ ਕਰਾਂਗੇ what sum of money must be given on simple interest ਪਹਿਲਾਂ ਆਪਾਂ ਬੇਸਿਕ ਜਿਹਾ ਸਵਾਲ ਕਰਦੇ ਹਾਂ ਕਹਿੰਦੇ 800 ਦੀ ਰਕਮ amount of 800 after 2 years at the rate of interest 5% per annum ਪ੍ਰਤੀ ਸਾਲ 5% ਦੇ ਹਿਸਾਬ ਨਾਲ 2 ਸਾਲਾਂ ਬਾਅਦ ਕਿੰਨੀ ਹੋ ਜਾਊਗੀ 800 ਰੁਪਇਆ ਜਿਹੜੀ ਰਕਮ ਆ ਉਹ ਕਿੰਨੀ ਹੋ ਜਾਊਗੀ ਤਾਂ ਸਿੰਪਲ ਜੀ ਗੱਲ ਆ ਪਹਿਲਾਂ ਵਿਆਜ ਕੱਢੋ ਵਿਆਜ ਦਾ ਫਾਰਮੂਲਾ ਹੁੰਦਾ ਪ੍ਰਿੰਸੀਪਲ ਇਨਟੂ ਰੇਟ ਆਫ ਇੰਟਰਸਟ ਇਨਟੂ ਟਾਈਮ ਤਾਂ ਆਪਾਂ ਨੂੰ ਪਤਾ ਲੱਗ ਗਿਆ 5 ਤੋਂ ਨਹੀਂ 10 ਤੇ 10 8 80 ਵਿਆਜ ਕਿੰਨਾ ਹੋ ਗਿਆ 80 ਠੀਕ ਆ 2 ਸਾਲਾਂ ਦਾ ਕਿੰਨਾ ਵਿਆਜ ਹੋ ਗਿਆ 80 ਤਾਂ ਇਹ ਰਕਮ ਕਿੰਨੀ ਹੋ ਜਾਊਗੀ ਜਿੰਨਾ ਤੁਹਾਡਾ ਪ੍ਰਿੰਸੀਪਲ ਆ ਤੇ ਜਿੰਨਾ ਤੁਹਾਡਾ ਵਿਆਜ ਆ ਪ੍ਰਿੰਸੀਪਲ ਕਿੰਨਾ ਹੈ 800 ਤੇ ਨਾਲ ਕਿੰਨਾ ਹੈ 80 ਤਾਂ ਕਿੰਨੀ ਹੋ ਜੀ 880 ਇਹ ਰਕਮ ਕਿੰਨੀ ਹੋ ਗਈ ਆਪਣੇ ਕੋਲ 880 ਹੋ ਗਈ ਸੋ ਕਿਸੇ ਨੂੰ ਕੋਈ ਡਾਊਟ ਰਹਿਣੀ ਨਹੀਂ ਚਾਹੀਦੀ ਇਹਦੇ ਚ ਠੀਕ ਹੈ ਸੋ ਨੈਕਸਟ ਅੱਗੇ ਆ ਗਿਆ ਜੀ ਆਪਣੇ ਕੋਲ ਸੋ ਇਹ ਆਪਾਂ ਨੂੰ ਬੜੀ ਸਿੰਪਲ ਜੀ ਗੱਲ ਆ ਤੇ ਆਪਾਂ ਬੜੀ ਆਸਾਨੀ ਨਾਲ ਇਸ ਚੀਜ਼ ਨੂੰ ਕਲੀਅਰ ਕਰ ਲਿਆ ਠੀਕ ਹੈ ਸੋ ਇਹ ਕਲੀਅਰ ਕਰਨ ਤੋਂ ਬਾਅਦ ਚੱਲੀਏ ਜੀ ਆਪਾਂ ਨੈਕਸਟ ਹੁਣ ਆਪਾਂ ਅਗਲੇ ਸਵਾਲ ਤੇ ਚੱਲਦੇ ਹਾਂ ਕਹਿੰਦਾ what sum of money ਮਤਲਬ ਕਿ what sum of money must be given as simple interest ਕਿੰਨਾ ਪੈਸਾ ਸਧਾਰਨ ਵਿਆਜ ਤੇ ਦੇਣਾ ਚਾਹੀਦਾ ਹੈ 6 ਮਹੀਨੇ ਵਾਸਤੇ ਕਿੰਨੇ ਚਿਰ ਵਾਸਤੇ 6 ਮਹੀਨੇ ਵਾਸਤੇ ਤੁਸੀਂ ਪੈਸੇ ਦੇਣੇ ਆ ਕਿੰਨੇ ਪੈਸੇ ਦੇਣੇ ਚਾਹੀਦੇ ਆ ਬਸ ਇਸ ਸਵਾਲ 'ਚ ਇਹ ਆ ਕਿ ਪ੍ਰਿੰਸੀਪਲ ਹੀ ਨਹੀਂ ਪਤਾ ਕਿੰਨੇ ਪੈਸੇ ਸਧਾਰਨ ਵਿਆਜ ਤੇ 6 ਮਹੀਨੇ ਵਾਸਤੇ ਦੇਣੇ ਚਾਹੀਦੇ ਆ 4% ਪ੍ਰਤੀ ਸਾਲਾਨਾ ਤਾਂ ਜੋ ਤੁਸੀਂ 150 ਰੁਪਏ ਵਿਆਜ ਕਮਾ ਸਕੋ ਤਾਂ ਕਿ ਤੁਸੀਂ 150 ਰੁਪਏ ਕਮਾ ਸਕੋ ਕਹਿੰਦੇ 150 ਰੁਪਏ ਵਿਆਜ ਕਮਾਉਣ ਲਈ 4% ਸਾਲਾਨਾ ਦੀ ਦਰ ਤੇ 6 ਮਹੀਨਿਆਂ ਲਈ ਸਧਾਰਨ ਵਿਆਜ ਵਜੋਂ ਕਿੰਨੀ ਰਕਮ ਦਿੱਤੀ ਜਾਣੀ ਚਾਹੀਦੀ ਹੈ ਜਿਹੜੀ ਰਕਮ ਅਸੀਂ ਦਿੰਨੇ ਉਹ ਕੀ ਹੁੰਦੀ ਹੈ ਭਲਾ ਪ੍ਰਿੰਸੀਪਲ ਸੋ ਸਭ ਤੋਂ ਪਹਿਲੀ ਗੱਲ ਪ੍ਰਿੰਸੀਪਲ ਪਤਾ ਨਹੀਂ ਸਾਨੂੰ ਕਿੰਨਾ ਹੈ ਗੁਣਾ ਵਿਆਜ ਦਰ ਕਿੰਨੀ ਆ 4% ਸੋ 4 ਬਟੇ ਸਾਲ ਕਿੰਨਾ ਹੈ ਆਪਣੇ ਕੋਲ ਕਿੰਨੇ ਸਾਲਾਂ ਦੀ ਗੱਲ ਆ 6 ਮਹੀਨੇ ਰੌਲਾ ਬਸ ਇਹ ਆ ਕਿ 6 ਮਹੀਨਿਆਂ ਨੂੰ ਕਿਵੇਂ ਲਿਖਾਂਗੇ ਜੇ 1 ਸਾਲ ਹੁੰਦਾ ਤਾਂ 1 ਪਾ ਦਿੰਦੇ ਤੇ 6 ਮਹੀਨੇ ਆਪਣੇ ਆਪ ਕਿੰਨੇ ਸਾਲ ਦੇ ਬਰਾਬਰ ਆ ਅੱਧ ਕਿੰਨੇ ਅੱਧ ਤੁਸੀਂ ਕਹੋਗੇ ਸਰ ਇੱਥੇ 6 ਪਾ ਕੇ ਕਿਉਂ ਨਹੀਂ ਚੱਲਿਆ ਆਪਣਾ ਕੰਮ 6 ਮਹੀਨੇ ਨੂੰ 6 ਕਿਉਂ ਨਹੀਂ ਲਿਖਿਆ ਆਪਾਂ ਨੂੰ ਅੱਧਾ ਸਾਲ ਕਿਉਂ ਲਿਖਿਆ ਹੈ ਗੌਰ ਕਰਿਓ ਜਿਹੜੀ ਵਿਆਜ ਦਰ ਆ ਜਿਹੜੀ ਆਪਾਂ ਨੂੰ ਵਿਆਜ ਦਰ ਦਿੱਤੀ ਹੋਈ ਆ 4% ਇਹ ਸਾਲਾਨਾ ਦਿੱਤੀ ਆ ਕਿ ਮਹੀਨਿਆਂ 'ਚ ਦਿੱਤੀ ਆ ਇਹ 4% ਸਾਲਾਨਾ ਹੈ ਪਰ ਐਨਮ ਆ ਕਿ ਪਰ ਮੰਥ ਆ ਪਰ ਐਨਮ ਜੇ ਇੱਥੇ ਲਿਖਿਆ ਹੁੰਦਾ 4% ਪਰ ਮੰਥ ਮਹੀਨੇ ਦਾ 4% ਫੇਰ ਆਪਾਂ ਕੀ ਕਰਦੇ ਇੱਥੇ 4 ਹੀ ਚੱਲਦਾ 4/100 ਇੱਥੇ 6 ਪਾ ਦਿੰਦੇ ਕਿਉਂਕਿ ਯਾਦ ਰੱਖਿਓ ਇੱਥੇ ਵਾਲਾ ਸਮਾਂ ਮਹੀਨਿਆਂ 'ਚ ਹੀ ਲਿਖਿਆ ਜਾਊਗਾ ਜੇ ਰੇਟ ਆਫ ਇੰਟਰਸਟ ਮੰਥ ਦੇ ਵਿੱਚ ਤੇ ਇੱਥੋਂ ਵਾਲਾ ਸਮਾਂ ਸਾਲਾਂ 'ਚ ਲਿਖਿਆ ਜਾਊਗਾ ਜੇ ਰੇਟ ਆਫ ਇੰਟਰਸਟ ਪ੍ਰਤੀ ਸਾਲ ਆ ਜੇ ਰੇਟ ਆਫ ਇੰਟਰਸਟ ਪਰ ਈਅਰ ਆ ਹੁਣ ਸਿੰਪਲ ਜੀ ਗੱਲ ਆ ਪਰ ਐਨਮ ਆ ਚੰਗਾ ਹੀ ਨਹੀਂ ਲੱਗਦਾ ਕਿ ਉਹਨੂੰ ਮਹੀਨਿਆਂ 'ਚ ਲਿਖਾਂਗੇ ਆਪਾਂ ਸੋ 6 ਮਹੀਨੇ ਕਿੰਨੇ ਸਾਲਾਂ ਦੇ ਬਰਾਬਰ ਹੁੰਦੇ ਆ 1/2 ਅੱਧੇ ਸਾਲ ਦੇ ਕਈਆਂ ਨੂੰ ਕਨਵਰਟ ਕਰਨਾ ਨਹੀਂ ਆਉਂਦਾ ਉਹਨਾਂ ਨੂੰ ਸੁਣ ਲਓ ਆਪਾਂ ਨੂੰ ਪਤਾ ਕਿ 1 ਸਾਲ 'ਚ ਕਿੰਨੇ ਮਹੀਨੇ ਹੁੰਦੇ ਆ 1 ਸਾਲ ਬਰਾਬਰ ਹੈ 12 ਮਹੀਨੇ ਰੂਲ ਇਹ ਕਹਿੰਦਾ ਹੈ 1 ਸਾਲ ਬਰਾਬਰ ਹੈ 12 ਮਹੀਨੇ ਇਹ ਤਾਂ ਸਾਈਡ ਤੇ ਲਿਖ ਲੋਗੇ ਨਾ ਇਹਦਾ ਕੋਈ ਬ੍ਰਹਮਸਤਰ ਨਹੀਂਗਾ 1 ਸਾਲ ਬਰਾਬਰ ਹੈ 12 ਮਹੀਨੇ ਕਦੇ ਵੀ ਖੱਬਿਓਂ ਸੱਜੇ ਜਾਣਾ ਹੋਵੇ ਸਾਲਾਂ ਨੂੰ ਮਹੀਨਿਆਂ 'ਚ ਤਬਦੀਲ ਕਰਨਾ ਹੋਵੇ ਤਾਂ ਗੁਣਾ ਤੇ ਕਦੇ ਵੀ ਸੱਜਿਓਂ ਖੱਬੇ ਆਉਣਾ ਹੋਵੇ ਤਾਂ ਹਮੇਸ਼ਾ ਡਿਵਾਈਡ ਇਹ ਰੂਲ ਆਪਣੇ ਦਿਮਾਗ 'ਚ ਫਿੱਟ ਕਰ ਲਓ ਕਦੇ ਵੀ ਚੱਲੂਗਾ ਹਮੇਸ਼ਾ ਕਿਲੋਮੀਟਰ ਬਰਾਬਰ ਹੈ 1000 ਮੀਟਰ ਲਿਖ ਕੇ ਆਪਣੇ ਆਪ ਨੂੰ ਪੁੱਛਿਓ ਕਿ ਕਿਲੋਮੀਟਰਾਂ ਤੋਂ ਮੀਟਰਾਂ 'ਚ ਜਾਣਾ ਹੈ ਤਾਂ ਗੁਣਾ ਮੀਟਰਾਂ ਤੋਂ ਕਿਲੋਮੀਟਰਾਂ 'ਚ ਆਉਣਾ ਤਾਂ ਡਿਵਾਈਡ 1 ਘੰਟਾ ਬਰਾਬਰ ਹੈ 60 ਮਿੰਟ ਘੰਟਿਆਂ ਤੋਂ ਮਿੰਟਾਂ 'ਚ ਜਾਣਾ ਹੈ ਤਾਂ ਗੁਣਾ ਤੇ ਮਿੰਟਾਂ 'ਚੋਂ ਘੰਟਿਆਂ 'ਚ ਆਉਣਾ ਹੈ ਤਾਂ ਡਿਵਾਈਡ ਇਹ ਰੂਲ ਆ ਹਮੇਸ਼ਾ ਤੁਸੀਂ ਆਹ ਸਮਝ ਲਓ ਕਿ 1 ਸਾਲ ਤੋਂ ਮਹੀਨਿਆਂ 'ਚ ਜਾਣਾ ਹੈ ਖੱਬੇ ਤੋਂ ਸੱਜੇ ਜਾਣਾ ਹੈ ਤਾਂ ਗੁਣਾ ਪਤਾ ਕਿਹੜੇ ਨੰਬਰ ਨਾਲ ਕਰੀਦਾ ਹੈ ਆ ਜਿਹੜਾ ਵਿੱਚ ਇਹਨਾਂ ਦੇ ਰਿਲੇਸ਼ਨ ਸਥਾਪਿਤ ਕਰਦਾ ਹੋਵੇ ਸੋ ਆਪਾਂ ਨੂੰ ਪਤਾ ਹੈ ਕਿ ਮਹੀਨਿਆਂ ਤੋਂ ਸਾਲ 'ਚ ਆਉਣਾ ਹੈ ਮਹੀਨਿਆਂ ਤੋਂ ਸਾਲ 'ਚ ਆਉਣਾ ਹੈ
ਤੇ ਮਹੀਨਿਆਂ ਤੋਂ ਸਾਲ ਚ ਆਉਣ ਵਾਸਤੇ ਕੀ ਕਰਾਂਗੇ, ਭਾਗ ਕਰਾਂਗੇ। ਪਰ ਕਿਹੜੇ ਨੰਬਰ ਨਾਲ ਡਿਵਾਈਡ ਕਰਾਂਗੇ, ਜਿਹੜਾ ਵਿੱਚ ਫੈਕਟਰ ਉਹਨਾਂ ਚ ਦਿੱਤਾ ਹੋਇਆ ਹੈ। ਸੋ ਆਜੋ ਕਿੰਨੇ ਮਹੀਨੇ ਸੀ 6, ਤਾਂ 6 ਮਹੀਨਿਆਂ ਨੂੰ ਸਾਲ ਚ ਤਬਦੀਲ ਕਰਨ ਵਾਸਤੇ ਕਰਤਾ 6/12। ਵੈਸੇ ਵੀ ਨੈਚੁਰਲ ਜੀ ਗੱਲ ਆ ਯਾਰ, ਅੱਛਾ 6 ਮਹੀਨੇ ਅੱਧਾ ਸਾਲ, ਭਾਵੇਂ 1/2 ਸਿੱਧਾ ਹੀ ਲਿਖ ਦੋ। ਸੋ ਆਪਾਂ ਇਹਨੂੰ ਕੈਲਕੂਲੇਟ ਕੀਤਾ 1 ਤੇ ਆ 3 ਤੇ ਆ 1 ਤੇ ਆ 2 ਤੇ। ਸੋ ਇਹ ਆ ਗਿਆ ਇੰਟਰਸਟ, ਇਹ ਕੀ ਆ, ਵਿਆਜ। ਤੇ ਇਹ ਵਿਆਜ ਦੀ ਵੈਲਿਊ ਆ, ਪਰ ਵਿਆਜ ਦਿੱਤਾ ਕਿੰਨਾ ਹੋਇਆ ਹੈ, ਵਿਆਜ ਆਪਣੇ ਆਪ ਚ ਹੀ 150 ਰੁਪਇਆ ਦਿੱਤਾ ਹੋਇਆ ਹੈ। ਵਿਆਜ ਕਿੰਨਾ ਦਿੱਤਾ ਹੋਇਆ ਹੈ, 150 ਰੁਪਇਆ। ਇਹਨੂੰ 150 ਦੇ ਬਰਾਬਰ ਰੱਖਿਆ ਤਾਂ ਸਿੰਪਲ ਜੀ ਗੱਲ ਆ, 150 ਬਰਾਬਰ ਹੈ, ਆ ਦੇਖੋ ਆ ਕੀ ਆਪਣੇ ਕੋਲ ਕੱਟਿਆ ਗਿਆ ਸਾਰਾ, 6 ਚੌਕੇ 24, ਆ ਇਹਦੇ ਨਾਲ ਕੱਟਿਆ ਗਿਆ 50। ਤਾਂ ਯਾਰ P/50 ਬਰਾਬਰ ਹੈ 150, ਆਹੀ ਬਣਿਆ। ਆ 50 ਪਰਲੇ ਪਾਸੇ ਜਾ ਕੇ ਕੀ ਹੋ ਜਾਊਗਾ, ਗੁਣਾ ਹੋ ਜਾਊਗਾ, ਤੇ 15 5 75 ਤੇ ਨਾਲ 2 0। ਆ ਚੱਕੋ ਜੀ, ਬੇਸਿਕ ਮੈਥ ਨਾਲ ਦੀ ਨਾਲ ਕੰਮ ਆਉਂਦਾ ਆਪਣਾ। ਮੈਂ ਇਸ ਤੋਂ ਪਹਿਲਾਂ ਜਿਹੜੇ 14 ਲੈਕਚਰ ਲਾਏ ਆ ਬੇਸਿਕ ਮੈਥ ਦੇ, ਉਹਦੇ ਚ ਆਹੀ ਤਾਂ ਦੱਸਿਆ ਕਿ ਉਧਰ ਜਾ ਕੇ ਗੁਣਾ ਹੋ ਜਾਊਗਾ, ਡਿਵਾਈਡ ਹੋ ਜਾਊਗਾ, ਕਿਉਂਕਿ ਆਪਾਂ ਇਸ ਗੱਲ ਦਾ ਆਈਡੀਆ ਨਹੀਂ ਲਾ ਸਕਦੇ ਕਿ ਕਿਸੇ ਬੰਦੇ ਦਾ ਮੈਥ ਕਿੰਨਾ ਕੁ ਕਮਜ਼ੋਰ ਆ। ਸੋ ਉਸੇ ਆਧਾਰ ਤੇ ਹੀ ਆਪਾਂ ਉਹਦੀ ਤਿਆਰੀ ਜਿਹੜੀ ਆ ਕਵਰ ਕੀਤੀ ਜਾ ਸਕਦੀ ਹੈ ਜਾਂ ਤਿਆਰੀ ਕਰਵਾਈ ਜਾ ਸਕਦੀ ਹੈ। ਦੱਸੋ ਆਹ ਗੱਲ ਕਲੀਅਰ ਹੋ ਗਈ। ਸੋ ਸਭ ਤੋਂ ਪਹਿਲਾਂ ਇਹ ਸਵਾਲ ਕਲੀਅਰ। ਨੈਕਸਟ ਕਹਿੰਦੇ ਆ ਤਾਂ ਦੇਖੋ ਬੜਾ ਸਿੰਪਲ ਜਿਹਾ ਸਵਾਲ ਆ, ਠੀਕ ਆ, ਕਿ ਆਪਾਂ ਨੂੰ 1600 ਰੁਪਏ ਅਸੀਂ ਕਿਸੇ ਨੂੰ ਸਧਾਰਨ ਵਿਆਜ ਤੇ ਦਿੱਤੇ, ਸਧਾਰਨ ਵਿਆਜ ਤੇ ਦਿੱਤੇ 1600 ਰੁਪਏ ਨੇ, 1600 ਰੁਪਏ ਕਿਸੇ ਨੂੰ ਦਿੱਤੇ ਤੇ ਉਹਦੇ ਤੇ ਸਧਾਰਨ ਵਿਆਜ 252 ਰੁਪਏ ਮਿਲਿਆ। ਕਿੰਨੇ ਚਿਰ ਦਾ, 2 ਸਾਲ 3 ਮਹੀਨੇ ਦਾ। ਦੱਸੋ ਰੇਟ ਆਫ ਇੰਟਰਸਟ ਕਿੰਨਾ ਸੀ, ਮਤਲਬ ਇਸ ਵਾਰ ਉਹਨਾਂ ਨੇ ਰੇਟ ਆਫ ਇੰਟਰਸਟ ਪੁੱਛ ਲਿਆ। ਦੇਖੋ ਸਿੰਪਲ ਜੀ ਗੱਲ ਆ, ਤੁਸੀਂ 1600 ਦੀ ਰਕਮ ਦਿੱਤੀ, ਇਹਦਾ ਮਤਲਬ 1600 ਕੀ ਆ, ਪ੍ਰਿੰਸੀਪਲ। ਆਪਾਂ ਨੂੰ ਪਤਾ ਹੈ ਕਿ ਫਾਰਮੂਲਾ ਤੇ ਆਪਾਂ ਨੂੰ ਆ ਪੱਕਾ ਹੀ ਪਤਾ ਹੈ ਕਿ ਇੰਟਰਸਟ ਬਰਾਬਰ ਹੈ ਪ੍ਰਿੰਸੀਪਲ ਗੁਣਾ ਰੇਟ ਆਫ ਇੰਟਰਸਟ ਗੁਣਾ ਟਾਈਮ ਬਟੇ 100। ਆਹੀ ਆ, ਆਹੀ ਆ। ਸੋ ਬੇਸਿਕਸ ਨਾਲ ਆਪਾਂ ਚੱਲੇ ਆ। ਇੰਟਰਸਟ ਕਿੰਨਾ ਪਿਆ ਆਪਾਂ ਨੂੰ, 252। ਮੂਲਧਨ ਕਿੰਨਾ ਹੈ, 1600। ਰੇਟ ਆਫ ਇੰਟਰਸਟ ਕਿੰਨਾ ਹੈ, ਪਤਾ ਨਹੀਂ। ਟਾਈਮ ਕਿੰਨਾ ਹੈ, 2 ਸਾਲ ਤੇ 3 ਮਹੀਨੇ। ਟਾਈਮ ਕਿੰਨਾ ਹੈ, 2 ਸਾਲ ਤੇ 3 ਮਹੀਨੇ। ਇਸ ਨੂੰ ਆਪਾਂ ਨੂੰ ਸਾਲਾਂ ਚ ਲੈ ਕੇ ਜਾਣਾ ਪੈਣਾ ਹੈ। ਤੁਸੀਂ ਕਹੋਗੇ ਸਰ ਸਾਲਾਂ ਚ ਕਿਉਂ ਲੈ ਕੇ ਜਾਣਾ ਪੈਣਾ ਹੈ, ਕਿਉਂਕਿ ਰੇਟ ਆਫ ਇੰਟਰਸਟ ਕਹਿੰਦਾ ਪਤਾ ਕਰਕੇ ਦੋ, ਪ੍ਰਤੀ ਸਾਲ ਹੀ ਪਤਾ ਕਰਕੇ ਦੋ, ਪਰ ਐਨਮ। ਇਸ ਕਰਕੇ 2 ਸਾਲ ਤੇ 3 ਮਹੀਨੇ ਨੂੰ ਆਪਾਂ ਕਿਹਦੇ ਚ ਲੈ ਕੇ ਜਾਣਾ ਹੈ, ਸਾਲਾਂ ਚ। ਤੁਸੀਂ ਕਹੋਗੇ ਸਰ ਟਾਈਮ ਨੂੰ 2 ਸਾਲ 3 ਮਹੀਨੇ ਨੂੰ ਐਗਜ਼ੈਕਟਲੀ ਸਾਲ ਚ ਕਿਵੇਂ ਲੈ ਕੇ ਜਾਈਏ, ਤਾਂ ਗੌਰ ਕਰਿਓ, ਜਿਹੜੇ ਤਾਂ 2 ਸਾਲ ਹੈਗੇ ਆ ਉਹ ਤਾਂ ਪੂਰੇ ਲਿਖ ਲੈ, ਤੇ ਨਾਲ ਕਿੰਨੇ ਮਹੀਨੇ ਆ, 3 ਮਹੀਨਿਆਂ ਨੂੰ ਹੀ ਸਾਲ ਚ ਕਨਵਰਟ ਕਰਨਾ ਹੈ। ਤੇ ਮਹੀਨਿਆਂ ਨੂੰ ਸਾਲ ਚ ਕਨਵਰਟ ਕਰਨ ਲਈ ਕਿੰਨੇ ਨਾਲ ਡਿਵਾਈਡ ਕਰੀਦਾ ਹੈ, 12 ਨਾਲ। 2 ਸਾਲ ਪੂਰੇ ਤੇ ਨਾਲ 3/12। ਆਹੀ ਆ, ਜਿਹੜਾ ਪੂਰਾ ਸਿਸਟਮ ਉਹਨੂੰ ਪੂਰਾ ਰੱਖੋ, ਬਾਕੀ ਨਾਲ ਕਰ ਦੋ 2 ਤੇ ਤੈਨੂੰ ਪਤਾ 3/4 ਕੱਟ ਕੇ ਕਿੰਨਾ ਆ ਗਿਆ ਜੀ, 1/4। 3/12 ਕੱਟ ਕੇ 1/4 ਆ ਗਿਆ। ਜੇ ਤੁਹਾਡੇ ਚੋਂ ਕਈਆਂ ਨੂੰ ਮੈਥ ਦਾ ਆਹ ਰੂਲ ਨਹੀਂ ਪਤਾ ਤਾਂ ਸੁਣੋ ਫਿਰ, a + b/c ਹੁੰਦਾ ਹੈ a ਸਹੀ b/c। ਆ 7ਵੀਂ ਕਲਾਸ ਦਾ ਮੈਥ ਦਾ ਰੂਲ ਆ, a + b/c ਇਜ਼ a ਸਹੀ b/c। ਮਤਲਬ ਇਹ 2 ਸਹੀ 1/4। ਭਾਵੇਂ ਕੈਲਕੂਲੇਟ ਕਰਕੇ ਦੇਖ ਲਓ, ਭਾਵੇਂ ਐਵੇਂ ਕਰ ਲਓ, ਮਸਲਾ ਹੱਲ ਹੋਣਾ ਚਾਹੀਦਾ ਹੈ। ਇਹਨੂੰ ਸੋਲਵ ਕਰਨ ਦਾ ਤਰੀਕਾ ਸਭ ਨੂੰ ਪਤਾ ਹੈ ਕਿ ਪਹਿਲਾਂ 2 8 4 ਨੂੰ 2 ਨਾਲ ਗੁਣਾ ਕਰੀਦਾ, ਕਿੰਨਾ ਆ ਗਿਆ 8। ਫਿਰ ਉੱਪਰਲਾ 1 ਵਿੱਚ ਜੋੜੀਦਾ, ਕਿੰਨਾ ਆ ਗਿਆ 9, ਤੇ ਥੱਲੇ ਵਾਲਾ 4 ਉਵੇਂ ਦਾ ਉਵੇਂ। ਬੇਸਿਕ ਮੈਥ ਹੈ। ਸੋ ਇੱਥੇ ਤਾਂ ਇਹਦੇ ਥੱਲੇ ਪਾਇਆ 100 ਤੇ ਨਾਲ ਜਿਹੜਾ ਟਾਈਮ ਸੀ ਉਹਨੂੰ ਲਿਖਿਆ 9/4। ਜੇ ਟਾਈਮ ਸਿੱਧਾ ਹੀ 2 ਸਾਲ ਹੁੰਦਾ ਤਾਂ ਆਪਾਂ 2 ਪਾ ਦਿੰਦੇ, 3 ਸਾਲ ਹੁੰਦਾ ਤਾਂ 3 ਪਾ ਦਿੰਦੇ, ਪਰ ਟਾਈਮ ਸੀ 2 ਸਾਲ 3 ਮਹੀਨੇ। 2 ਸਾਲ ਤਾਂ ਪੂਰਾ ਪੁੱਗ ਜਾਂਦਾ ਆਪਾਂ ਨੂੰ, ਪਰ 3 ਮਹੀਨਿਆਂ ਵਾਸਤੇ ਆਪਾਂ ਨੂੰ ਇੱਕ ਨਵੀਂ ਗੱਲ ਸਮਝਣੀ ਪਈ। 3 ਮਹੀਨਿਆਂ ਨੂੰ ਆਪਾਂ ਸਾਲਾਂ ਚ ਕਨਵਰਟ ਕਰ ਲਿਆ, 3/12। 2 ਸਾਲ ਪੂਰੇ ਤੇ 3/12 ਅੱਡ, ਮਤਲਬ 2 ਸਾਲ ਪੂਰੇ ਤੇ 1/4 ਅੱਡ। ਹੁਣ ਇਹਨੂੰ ਜੋੜਨਾ ਨਹੀਂ ਸੀ ਆਉਂਦਾ ਤੇ ਮੈਂ ਦੱਸਦਾ ਕਿ a ਜਮਾ b/c ਹੁੰਦਾ a ਸਹੀ b/c। ਆਹ ਤਾਂ ਮੈਥ ਦੀ ਬੇਸਿਕ ਕੈਲਕੂਲੇਸ਼ਨ ਆ। ਤੁਸੀਂ ਕਹੋਗੇ 3/12 1/4 ਕਿਵੇਂ ਆ ਗਿਆ, ਉਹ ਤਾਂ ਤੁਹਾਨੂੰ ਪਤਾ ਹੀ ਆ। ਸੋ ਆਜੋ ਜੀ, ਇਸ ਸਵਾਲ 'ਚ ਆਪਾਂ ਕੀ ਕੱਢਣਾ ਹੈ, r। ਮੈਥ ਦੀ ਬੇਸਿਕ ਕੈਲਕੂਲੇਸ਼ਨ ਲੱਗੂਗੀ। 2 ਜ਼ੀਰੋਆਂ ਨਾਲ 2 ਜ਼ੀਰੋਆਂ ਕੱਟੀਆਂ ਗਈਆਂ, 4 ਨਾਲ ਆ 4 ਕੱਟਿਆ ਗਿਆ, ਬਣ ਗਿਆ 252 ਬਰਾਬਰ ਹੈ 4 × 9 36 ਗੁਣਾ r। 252 ਬਰਾਬਰ ਹੈ 36 ਗੁਣਾ r। ਤੇ ਪਰਲੇ ਪਾਸੇ 36 ਜਿਹੜਾ ਗੁਣਾ ਚ ਸੀਗਾ ਤੇ ਇਸ ਪਾਸੇ ਆ ਕੇ 36 ਕੀ ਹੋ ਜਾਊਗਾ, ਡਿਵਾਈਡ।
बेसिक मैथ ਦੀਆਂ ਪਹਿਲੀਆਂ 3 ਵੀਡੀਓਜ਼ ਦੇ ਵਿੱਚ ਹੀ ਸਮਝ ਆ ਜਾਊਗਾ ਕਿ 36 ਇੱਧਰ ਜਾ ਕੇ ਡਿਵਾਈਡ ਕਿਉਂ ਹੋਇਆ। ਪਰ ਇਹ ਦੱਸੋ 36 ਦੇ ਪਹਾੜੇ ਤੇ ਕਿੱਥੇ ਸੀਨ ਬਣਿਆ ਹੈ 7 ਤੇ r ਕਿੰਨਾ ਆ ਗਿਆ 7। r ਆਪਣੇ ਆਪ ਚ ਵਿਆਜ ਦੀ ਦਰ ਆ ਤੇ ਵਿਆਜ ਦੀ ਦਰ ਹਮੇਸ਼ਾ ਪਰਸੈਂਟੇਜ ਨਾਲ ਲਿਖੀ ਹੋਈ ਹੀ ਸੋਹਣੀ ਲੱਗਦੀ ਹੈ। ਰੇਟ ਆਫ ਇੰਟਰਸਟ ਕਿੰਨਾ ਆ ਗਿਆ 7%। ਕਹਾਣੀ ਕਲੀਅਰ ਹੋ ਗਈ, ਸਮਝ ਆ ਗਈ ਗੱਲ। ਸੋ ਇਹ ਬੇਸਿਕ ਮੈਥ ਦੀਆਂ ਕੈਲਕੂਲੇਸ਼ਨਸ ਨਾਲ ਚੱਲਣਗੀਆਂ। ਆ ਜਾਓ ਅੱਗੇ, ਠੀਕ ਆ। ਤੇ ਆ ਜਾਓ ਕਿ ਅਗਲਾ ਸਵਾਲ ਆਪਾਂ ਕਿਵੇਂ ਕਰਨਾ ਹੈ। ਆ ਜਾਓ ਅਗਲਾ ਸਵਾਲ ਹੈ, ਦੂਸਰਾ ਸੀ ਕਿ ਤੀਸਰਾ ਕਰਨਾ ਆਪਾਂ ਹੁਣ ਤੀਸਰਾ, ਠੀਕ ਹੈ। ਨੈਕਸਟ ਕਹਿੰਦਾ ਐਟ ਸਮ ਰੇਟ ਆਫ ਇੰਟਰਸਟ, ਐਟ ਸਮ ਰੇਟ ਆਫ ਸਿੰਪਲ ਇੰਟਰਸਟ A ਨੇ 6000 ਰੁਪਏ B ਨੂੰ ਦਿੱਤੇ 2 ਸਾਲਾਂ ਲਈ। ਗੌਰ ਕਰਿਓ, A ਨੇ 6000 ਰੁਪਏ B ਨੂੰ ਦਿੱਤੇ ਕਿੰਨੇ ਸਾਲਾਂ ਵਾਸਤੇ 2 ਸਾਲਾਂ ਵਾਸਤੇ, ਤੇ 1500 ਰੁਪਏ C ਨੂੰ ਦਿੱਤੇ ਕਿੰਨੇ ਸਾਲਾਂ ਵਾਸਤੇ 4 ਸਾਲਾਂ ਵਾਸਤੇ। ਤੇ ਲਾਸਟ ਚ 9 ਕਿੰਨੇ ਰੁਪਏ 900 ਆ ਕਿ 900, ਇੱਕ ਮਿੰਟ ਚੈੱਕ ਕਰ ਲਈਏ, ਹਾਂ ਤੇ 900 ਰੁਪਏ ਦੋਵਾਂ ਤੋਂ ਵਿਆਜ ਦੇ ਤੌਰ ਤੇ ਇਕੱਠੇ ਕਰ ਲਏ। ਦੱਸੋ ਰੇਟ ਆਫ ਇੰਟਰਸਟ ਕਿੰਨਾ ਸੀ। ਮਤਲਬ A ਕੋਲ ਕਿੰਨੇ ਰੁਪਏ ਆ, A ਨੇ B ਨੂੰ ਕਿੰਨੇ ਰੁਪਏ ਦਿੱਤੇ ਆ 6000 ਤੇ C ਨੂੰ ਕਿੰਨੇ ਰੁਪਏ ਦਿੱਤੇ ਆ 1500। ਸੋ ਬੇਸਿਕਲੀ ਸਿੰਪਲ ਜਿਹਾ ਕਨਸੈਪਟ ਆਪਣੇ ਕੋਲ ਕਿ A ਨੇ B ਨੂੰ ਤੇ C ਨੂੰ ਦੋ ਜਣਾਂ ਨੂੰ ਪੈਸੇ ਦਿੱਤੇ ਆ। ਆ ਜਾਓ ਆ ਜਾਓ, ਠੀਕ ਹੈ। A ਨੇ 6000 ਰੁਪਇਆ B ਨੂੰ ਦਿੱਤਾ ਹੈ। ਇਹਦਾ ਮਤਲਬ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ 6000 ਤੇ ਕਿੰਨੇ ਪਰਸੈਂਟ ਵਿਆਜ ਨਾਲ ਦਿੱਤਾ ਹੈ। ਕਹਿੰਦਾ ਰੇਟ ਆਫ ਇੰਟਰਸਟ ਹੀ ਪਤਾ ਕਰਨਾ ਹੈ। 6000 ਰੁਪਇਆ ਜਦੋਂ ਤੁਸੀਂ 2 ਸਾਲ ਵਾਸਤੇ ਕਿਸੇ ਨੂੰ ਵਿਆਜ ਤੇ ਦੇ ਦੋਗੇ ਤਾਂ ਬੇਸਿਕਲੀ ਤੁਸੀਂ ਆਹ ਵਿਆਜ ਉਹਦੇ ਤੋਂ ਇਕੱਠਾ ਕਰੋਗੇ। ਆਹੀ ਆ। A ਨੇ C ਨੂੰ ਕਿੰਨੇ ਰੁਪਏ ਦਿੱਤੇ ਆ ਵਿਆਜ ਤੇ 1500। 1500 ਰੁਪਇਆ ਜਦੋਂ ਤੁਸੀਂ ਕਿਸੇ ਰੇਟ ਆਫ ਇੰਟਰਸਟ ਤੇ ਦੇ ਦੋਗੇ ਕਿੰਨੇ ਸਾਲਾਂ ਵਾਸਤੇ 4 ਸਾਲਾਂ ਵਾਸਤੇ, ਤਾਂ ਤੁਸੀਂ ਉਹਦੇ ਤੋਂ ਆਹ ਵਿਆਜ ਇਕੱਠਾ ਕਰੋਗੇ। ਉਹਨਾਂ ਨੇ ਅਮਾਉਂਟ ਨਹੀਂ ਕਿਹਾ ਕਿ ਮੈਂ 9000 ਰੁਪਏ ਅਮਾਉਂਟ ਲਈਏ ਵਾਪਸ 900 ਰੁਪਏ ਅਮਾਉਂਟ, ਕਹਿੰਦਾ ਮੈਂ 900 ਰੁਪਏ ਵਿਆਜ ਇਕੱਠਾ ਕੀਤਾ ਬਸ। ਤੇ ਵਿਆਜ ਦਾ ਮਤਲਬ ਸਿਰਫ ਆ ਹੁੰਦਾ ਹੈ ਕਿਉਂਕਿ ਦਿਸ ਇਜ਼ ਫਾਰਮੂਲਾ ਫॉर I ਓਨਲੀ, ਇਹ ਸਿਰਫ ਇੰਟਰਸਟ ਦਾ ਫਾਰਮੂਲਾ ਹੈ। ਸੋ ਤੁਸੀਂ ਸਭ ਤੋਂ ਪਹਿਲਾਂ ਕੀ ਕੀਤਾ 6000 ਰੁਪਇਆ 2 ਸਾਲਾਂ ਵਾਸਤੇ ਵਿਆਜ ਤੇ ਦਿੱਤਾ ਤੇ 1500 ਰੁਪਇਆ 4 ਸਾਲਾਂ ਲਈ ਵਿਆਜ ਤੇ ਦਿੱਤਾ। ਤੁਸੀਂ ਪਹਿਲਾਂ ਤਾਂ 6000 ਦਾ ਵਿਆਜ ਕੱਢ ਲਿਆ। 6000 ਦਾ ਵਿਆਜ ਤੁਹਾਡੇ ਕੋਲ ਆ ਗਿਆ 6 ਦੂਣੀ 12, ਇਹ ਆ ਗਿਆ ਜੀ 120 R। ਆਹੀ ਆਇਆ 120 into R। ਫਿਰ ਤੁਸੀਂ 1500 ਰੁਪਏ ਦਾ ਵਿਆਜ ਕੱਢਿਆ ਤੇ 1500 ਦਾ ਵਿਆਜ ਤੁਹਾਡੇ ਕੋਲ ਕਿੰਨਾ ਆ ਗਿਆ 60 R। ਆਹੀ ਆਇਆ। ਟੋਟਲ ਵਿਆਜ ਆ ਗਿਆ ਆਪਣੇ ਕੋਲ 180 ਗੁਣਾ R। ਤੇ ਸਵਾਲ ਦੇ ਮੁਤਾਬਕ ਇਹ ਵਿਆਜ ਕਿੰਨਾ ਦਿੱਤਾ ਹੋਇਆ ਆਪਾਂ ਨੂੰ 900, ਕਿਉਂਕਿ ਵਿਆਜ 900 ਦਿੱਤਾ ਹੋਇਆ, ਅਮਾਉਂਟ 900 ਨਹੀਂ ਦਿੱਤੀ ਹੋਈ। ਸੋ ਇੱਥੋਂ ਤੁਸੀਂ ਕੀ ਕੀਤਾ ਰੇਟ ਆਫ ਇੰਟਰਸਟ ਕੈਲਕੂਲੇਟ ਕਰ ਲਿਆ 900/18, ਤਾਂ ਕਿੰਨਾ ਆਨਸਰ ਆ ਗਿਆ 5। ਰੇਟ ਆਫ ਇੰਟਰਸਟ ਕਿੰਨਾ ਆ ਗਿਆ ਆਪਣੇ ਕੋਲ 5 ਆ ਗਿਆ। ਦੱਸੋ ਕਿਸੇ ਨੂੰ ਕੋਈ ਡਾਊਟ। ਸੋ ਇਸ ਤਰੀਕੇ ਦੇ ਸਵਾਲ। ਨੈਕਸਟ ਅੱਗੇ ਆ ਜਾਓ ਅਗਲੇ ਸਵਾਲ ਤੇ। ਹੁਣ ਦੇਖੋ, ਹਾਂਜੀ A ਨੇ 2500 ਰੁਪਇਆ ਦਿੱਤਾ, ਇੱਕ ਮਿੰਟ, ਹਾਂ A ਨੇ 2500 ਰੁਪਇਆ ਦਿੱਤਾ B ਨੂੰ ਤੇ ਕੁਛ ਰਕਮ ਦਿੱਤੀ C ਨੂੰ। ਇਹਦਾ ਮਤਲਬ B ਨੂੰ ਦਿੱਤੀ ਹੋਈ ਰਕਮ ਕਲੀਅਰ ਆ ਤੇ C ਨੂੰ ਦਿੱਤੀ ਹੋਈ ਰਕਮ ਨਹੀਂ ਕਲੀਅਰ। ਰੇਟ ਆਫ ਇੰਟਰਸਟ 7% ਐਟ ਦੀ ਸੇਮ ਟਾਈਮ 7% ਵਿਆਜ ਤੇ A ਨੂੰ ਕੋਈ A ਨੇ ਕੁਛ ਰਕਮ B ਨੂੰ ਦਿੱਤੀ, 2500 ਰੁਪਇਆ B ਨੂੰ ਦਿੱਤਾ ਜੋ ਸਾਫ਼ ਪਤਾ ਹੈ, ਤੇ ਕੁਛ ਰਕਮ ਕਹਿੰਦਾ ਮੈਂ C ਨੂੰ ਦਿੱਤੀ ਹੈ। ਇਫ ਆਫਟਰ 4 ਇਅਰਸ A ਨੂੰ ਜੇ ਟੋਟਲ ਦੋਵੇਂ ਪਾਸਿਓਂ 1120 ਰੁਪਏ ਵਿਆਜ ਮਿਲਿਆ ਹੈ ਤਾਂ ਦੱਸੋ C ਨੂੰ ਕਿੰਨੀ ਰਕਮ ਦਿੱਤੀ ਸੀਗੀ। ਤਾਂ ਓਬਵੀਅਸ ਜੀ ਗੱਲ ਆ, ਇੱਕ ਪਾਸੇ ਆ ਜਾਓ A ਨੇ B ਨੂੰ ਕਿੰਨੇ ਰੁਪਏ ਦਿੱਤੇ ਹੋਏ ਆ ਮੂਲਧਨ ਤੇ 2500। 2500 ਤੇ ਦੇਖੋ ਕਿੰਨਾ ਵਿਆਜ ਆ 2500 ਇਨਟੂ ਰੇਟ ਆਫ ਇੰਟਰਸਟ ਕਿੰਨਾ ਹੈ 7। ਕਿੰਨੇ ਸਾਲ ਵਾਸਤੇ ਦਿੱਤੇ ਆ 4 ਸਾਲ ਵਾਸਤੇ ਤੇ ਬਟੇ 100। ਇਹ ਆਊਗਾ B ਵੱਲੋਂ ਜੋ ਉਹਨੂੰ ਵਿਆਜ ਮਿਲਿਆ। ਤਾਂ ਦੱਸੋ ਕਿ C ਵੱਲੋਂ ਕਿੰਨਾ ਮਿਲਿਆ। C ਵਾਲੇ ਪਾਸੇ ਦਾ ਪ੍ਰਿੰਸੀਪਲ ਨਹੀਂ ਪਤਾ ਕਿੰਨਾ ਹੈ, ਪਰ ਰੇਟ ਆਫ ਇੰਟਰਸਟ ਸੇਮ ਕਿੰਨਾ ਹੈ 7। ਦਿੱਤੇ 4 ਸਾਲ ਵਾਸਤੇ ਆ ਤੇ ਟੋਟਲ ਰਕਮ ਕਿੰਨੀ ਬਣ ਗਈ ਵਿਆਜ ਦੀ 1120। ਉਹ ਟੋਟਲ ਰਕਮ ਵਿਆਜ ਦੀ ਕਿੰਨੀ ਬਣ ਗਈ ਹੈ 1120। ਵਿਆਜ ਦਿੱਤਾ ਹੋਇਆ 1120, ਟੋਟਲ ਅਮਾਉਂਟ ਨਹੀਂ ਮੋੜੀ। ਇਹ ਫਾਰਮੂਲਾ ਸਿੰਪਲ ਇੰਟਰਸਟ ਸਿਰਫ ਵਿਆਜ ਦੇ ਦਰ ਤੇ ਚੱਲਦਾ ਹੈ। ਕੈਲਕੂਲੇਸ਼ਨਸ ਕੀਤੀਆਂ, ਇਹਨੂੰ 2 ਜ਼ੀਰੋਆਂ ਨੂੰ ਕੱਟਿਆ, 25 ਨੂੰ 4 ਨਾਲ ਕੀਤਾ 100, 100 ਨੂੰ 7 ਨਾਲ ਕੀਤਾ 700। ਇਹ ਆ ਗਿਆ 700 ਪਲੱਸ 28 P/100 ਇਜ਼ ਇਕੁਅਲ ਟੂ 1120।
28 पी बटे 100 बराबर है 1120 चो 700 घटा दो, 1120 चो 700 घटा दो, 0 2 ते 5। ठीक है, मैनू लगता कैलकुलेशन च किते हाँ जी 420 हाँ सही है 420। इथों आप पी कैलकुलेट किया तो पी आ गया 420 गुणा 100 बटे 28। तो 28 के टेबल से ये 1 14 से गया, ये 50 से गया, आही है 14 के टेबल से 1 से गया, आ 14 30 से गया। सो इथों आपको पी पता लग गया, कैलकुलेशन करके कितना आ गया 1500। इट मीनस साफ पता लग गया कि ब्याज प्रिंसीपल मूलधन कितना आ गया अपने को 1500 रुपए। क्लीयर है गल। सो प्रिंसीपल इज ₹500। क्लीयर है, किसी को कोई डाउट रहनी नहीं चाहिए ये। सो प्रिंसीपल इज इक्वल टू 1500। सो ये आप आ गया। नैक्सट अगे आ जाओ, अगला सवाल आ गया अपने को। कहते किसी शख्स ने बैंक तो लोन लिया 12% पर एनम के हिसाब नाल सिंपल इंटरस्ट से। 12% का मतलब हो गया 1 रुपये सैकड़ा, आही हो गया अपने को। मतलब 12% के हिसाब नाल तुसी सिंपल इंटरस्ट ते पैसे लए आ, 3 साल बाद तुहानू 5400 रुपए एज इंटरस्ट पे करने पै रहे हैं। मतलब 3 साल बाद 5400 रुपया तुसी अमाउंट नहीं पे की, तुसी की पे किया है इंटरस्ट पे किया है। तो दसो किन्ना तुसी अमाउंट बोरो की सी, ਜਿਹੜੀ ਤੁਸੀਂ ਅਮਾਉਂਟ ਬੋਰੋ ਕੀਤੀ ਆ, ਜਿਹੜੀ ਰਕਮ ਤੁਸੀਂ ਆਧਾਰ ਲਈ ਆ, ਉਹਨੂੰ ਕੀ ਕਹਿੰਦੇ ਆ ਭਲਾ ਆਪਾਂ ਪ੍ਰਿੰਸੀਪਲ। ਤੁਹਾਨੂੰ ਇਸ ਸਵਾਲ 'ਚ ਪਤਾ ਹੀ ਨਹੀਂ ਕਿ ਪ੍ਰਿੰਸੀਪਲ ਕਿੰਨਾ ਹੈ, ਪਰ ਰੇਟ ਆਫ ਇੰਟਰਸਟ ਕਿੰਨਾ ਹੈ 12। ਕਿੰਨੇ ਸਾਲ ਵਾਸਤੇ 3 ਸਾਲ ਵਾਸਤੇ। ਤੇ ਤੁਸੀਂ ਇੱਕ ਗੱਲ ਦੱਸੋਗੇ, ਤੁਸੀਂ 3 ਸਾਲ ਬਾਅਦ ਕਿੰਨੇ ਰੁਪਏ ਮੋੜ ਰਹੇ ਹੋ 5400 ਸਿਰਫ ਇੰਟਰਸਟ। ਕਈ ਵਾਰੀ ਨਾ ਬੰਦਾ ਬੜਾ ਕਨਫਿਊਜ਼ ਕਰਦਾ ਹੈ, ਉਹ ਪਤਾ ਸੁਣੋ ਮੇਰੀ ਗੱਲ, ਉਹ ਕਹਿਣਗੇ 5400 ਰੁਪਇਆ ਤੁਸੀਂ ਰਕਮ ਵਾਪਸ ਕਰਤੀ, ਵਿਆਜ ਨਹੀਂ ਰਕਮ ਮੋੜੀ ਹੈ। ਫਿਰ ਇਧਰਲੇ ਪਾਸੇ ਤੁਸੀਂ ਤਾਂ ਸਿਰਫ ਇੰਟਰਸਟ ਲਿਖਣਾ ਹੁੰਦਾ ਹੈ। ਤੁਸੀਂ ਫਿਰ ਇਧਰਲੇ ਪਾਸੇ ਮੰਨ ਲਓ ਜੇ ਤੁਹਾਨੂੰ ਕੋਈ ਇਹ ਕਹਿ ਦੇ ਕਿ ਯਾਰ ਤੁਸੀਂ 3 ਸਾਲ ਬਾਅਦ 10000 ਰੁਪਇਆ ਰਕਮ ਮੋੜਤੀ, ਤਾਂ ਤੁਸੀਂ ਇੱਥੇ 10000 ਥੋੜਾ ਲਿਖੋਗੇ, ਕਿਉਂਕਿ ਫਾਰਮੂਲਾ ਕਹਿੰਦਾ ਹੈ ਕਿ ਇੱਥੇ ਸਿਰਫ ਕੀ ਆਉਣਾ ਚਾਹੀਦਾ ਹੈ ਇੰਟਰਸਟ ਆਉਣਾ ਚਾਹੀਦਾ ਹੈ। ਫਾਰਮੂਲਾ ਇਹ ਕਹਿੰਦਾ ਹੈ ਕਿ ਇੱਥੇ ਸਿਰਫ ਤੇ ਸਿਰਫ ਕੀ ਆਉਣਾ ਚਾਹੀਦਾ ਹੈ ਇੰਟਰਸਟ ਆਉਣਾ ਚਾਹੀਦਾ ਹੈ। ਜੇ ਤੁਸੀਂ 10000 ਸਿਰਫ ਰਕਮ ਮੋੜੀ ਤਾਂ ਇੱਥੇ ਆਊਗਾ 10000 ਮਾਈਨਸ ਪੀ। ਕਿਉਂ? रकम दे विचों प्रिंसीपल कड्डोगे तो ब्याज बनता है, फिर तुहानू इत्थे 10000 माइनस पी। पर जे वो कह देन तुहानू कि तुसीं 10000 सिर्फ ब्याज मोड़िया, फिर 10000 सीधे दा सीधा इत्थे आ जाऊगा, क्योंकि इस जगह ते फार्मूले नू कदे ना भुल्लिओ कि इत्थे सिर्फ ते सिर्फ की लिखिया जाता है ब्याज लिखिया जाता है, इंटरस्ट लिखिया जाता है। सो तुसीं इत्थे किन्ना लिखिया 5400 रुपया रकम मोड़ी है कि ब्याज मोड़िया कल्ला ब्याज। सो इत्थे कल्ला 5400 आऊगा। इथों आप कैलकुलेशंस कीतियां पी दियां, ये आ गया 5400 इंटू 100 बटे 12 गुणा 3। ठीक है। सो आप देखिया कि इनू कैलकुलेट करके देखिया 12 तीए 36, 36 के टेबल से 18 से गया, ये 50 से गया, ये 1 से गया, ये 300 से गया। तकरीबन कैलकुलेट आपे करो यार, मैनू लगता सही है जवाब 15000। हाँ जी सही है 15000 रुपया मतलब कि प्रिंसीपल सीगा ओहदा। किसी को कोई डाउट है? सो इहो जे सवाल सानू बड़े सिंपल जे तरीके नाल पेपर च सॉल्व करने वास्ते आ सकते हैं। जिवें अगला सवाल देखो, कहंदा कुछ रकम तुसी सधारण व्याज ते दित्ती है, कुछ रकम तुसी सधारण व्याज ते दित्ती है जिहड़ी 720 बन गई 2 साल बाद ते 1020 बन गई अगले। गौर करियो कई बारी ना मतलब कि बड़े तरीके नाल एक बारी सवाल जिहड़ा है वो पेपर च पूछा जाता है तो बड़े तरीके नाल तुहानू कन्फ्यूज करते हैं। एक रकम 720 रुपए बन जाती है 2 साल बाद, रकम नहीं पता किन्नी है, तुहानू ये नहीं पता मूलधन किन्ना है। कहता वो 1020 बन गई आफ्टर फर्दर पीरियड ऑफ 5 ईयर्स, अगले 5 साल बाद। प्लीज गौर करियो एक रकम किन्नी बन गई है 720। ਇਹਦਾ मतलब तुसी सिंपल जी गल आ, एक कोई रकम तुसी ब्याज ते फड़ी है, ठीक है, मान लो तुसी ब्याज ते फड़े होण 100 रुपए ते वो बन जाण अगे जाके 120 रुपए 3 साल बाद। 3 साल बाद वो किन्ने बन जाण 120 नहीं, 3 साल बाद बन जाण 130 रुपए। 3 साल बाद वो 130 रुपए बन जाण। तां तुसी मैनूं एक गल दसोगे प्रिंसीपल किन्ना है तुहाडा? वो प्रिंसीपल किन्ना है 100। रेट ऑफ इंटरस्ट नहीं पता, आर मान लो। समा किन्ना है, किन्ना है 3 साल बटे 100 भी आऊगा। रेट ऑफ इंटरस्ट इधर इंटरस्ट कितना है, ब्याज कितना है 30 के 130
30 रुपए, क्योंकि रकम 100 तो वध के 130 हो गई। तो इत्थे लिखण दा प्रॉब्लम की है कि इत्थे तुहानू 30 रुपए लिखने पैणगे, क्योंकि फार्मूला सिर्फ ब्याज दा हुंदा है, रकम दा नहीं हुंदा। इत्थे तुसीं रकम लिख ही नहीं सकदे, इत्थे सिर्फ की लिखना पऊगा, ब्याज लिखना पऊगा। जिन्हों आ गल समझ आ गई तो समझ लो कि ओदी तां कहानी क्लीयर हो गई। कहंदे एक रकम सी कोई जिहड़ी उधार दित्ती गई, वो रकम सी पी, नहीं पता था मूल धन मतलब कि प्रिंसीपल पी। कहंदे वो प्रिंसीपल जिहड़ा पी सीगा ਉਹਨੂੰ रेट ऑफ इंटरस्ट दे ਇਹ भी नहीं दस्या कि आर कितना है, किन्ने सालां वास्ते, 2 साल ਲਈ, 2 सालां वास्ते ਉਹ रकम कुछ बन गई। दसो ਉਹਦੇ ਤੇ ਵਿਆਜ ਕਿੰਨਾ ਬਣਿਆ। ਪਹਿਲੀ ਇਕੁਏਸ਼ਨ ਨੂੰ ਪਹਿਲਾ ਸਮੀਕਰਨ ਮੇਰਾ ਹੱਲ ਕਰਾਓ, ਕੀ ਬਣੂਗਾ ਇੱਥੇ। रकम कहते 720 हो गई, इत्थे की लिखा मैं हुण 720 माइनस पी, क्योंकि रकम हो गई है 720, ये पिछली एग्जाम्पल दे 130 वर्गियां दे बराबर आ, ते उस च प्रिंसीपल कितना सीगा 100, इहदे च प्रिंसीपल कितना है पी। सो इस करके सानू पता है कि जिहड़ी रकम 7-8 साल बाद या 2 साल बाद हुई है, उहदे चों मूल धन भाव प्रिंसीपल घटा दो, इंटरस्ट बच जाता है, वो इत्थे लिख दो। बड़ा सिंपल जिहा सवाल सीगा, आ गल क्लीयर हो गई। कहंदे हुण अगे दसो, एक इक्वेशन मैं बनाती तुहानू, हुण दूजा समीकरण एंड तो अगे जोड़ के आप बना के दो मैनू, की बनूगा। इत्थे लिखो कि मैं की लिखा इत्थे, फिर सॉल्व सूल्व तां मैथ दे बेसिक मैथ च मैं कराउणा सिखाया ही होया है, बस आ मैनू बना दो कि अगली स्टेटमेंट की बनूगी, तां ही तां सवाल कढने सिखोगे। दूजे केस च हुण इत्थे दसो मैं की लिखा। कहंदे ओही रकम इन्ने सालां बाद इन्नी हो गई, मतलब रकम तो उही आ, क्योंकि सिंपल कहंदा उसे रकम नूं जे मैं इन्ने सालां बाद देखा तां इत्थे किन्ना आऊगा पी। कोई डाउट यार, ओही रकम उसे व्याज ते जे मैं किन्ने सालां बाद देखा तां ओह कहंदा किन्नी बन जूगी, 5 किन्नी बन जूगी 1020, तां ओहदा व्याज किन्ना आ जाऊगा 1020 माइनस पी। पर मैं बड़ी चलाकी नाल इत्थे दसता कि किन्ने सालां बाद, इत्थे की आऊगा, इत्थे किन्ना आऊगा, गौर करियो। हाँ जी 7। उन्हें बड़े तरीके नाल सवाल पुछया, जे किते ओ इत्थे फरदर ना पाउंदा तां फिर इत्थे आउंदा किन्ने साल, 5 साल, कि 2 सालां बाद रकम इन्नी बन गई ते 5 सालां बाद रकम इन्नी बन गई। उन्हें कहा 2 सालां बाद रकम इन्नी बन गई ते अगले 5 सालां बाद, मतलब कुल उस रकम नूं उत्थों तक पहुंचण च किन्ने साल लग गए, 7 साल। फरदर शब्द ने सारी खेड़ बिगाड़ती मेरी। अगले अगला शब्द पंजाबी च ते इंग्लिश दा फरदर, उन्हें मैनू इत्थे 5 की जगह ते 7 लिखण लई मजबूर करता। आ बन गए 2 समीकरण। मैथ दे विच जे इहो जे 2 समीकरण बन जाण तां कदी भी सिंपल इंटरस्ट च एवें दा सिनेरियो बन जे तां एक गल याद रखियो, दोवां नूं डिवाइड कर दिओ। तुसीं कहोगे सर दोवां नूं डिवाइड करके की बनूगा, मैं वड्डे वाले तो थल्ले छोटे वाला डिवाइड करूंगा। 1020 माइनस 720 माइनस पी डिवाइड करके आपां नूं की लभूगा, एक तो आ गया जी पी गुणा आर गुणा 7/100 बटे पी गुणा आर गुणा किन्ने बटे 2/100। दोवां दे हर, दोवां दे डिनोमीनेटर च 100 कट्टिया गया, दोवां दे न्यूमीरेटर च एक साझा पी आ, ये भी कट्टिया गया, एक साझा आर आ, ये भी कट्टिया गया। तां सवाल पता की बनया, सवाल बनया 1020 माइनस पी बटे 720 माइनस पी बराबर है, पी भी कट्टिया गया, आर भी कट्टिया गया, इधर बचा किन्ना 7 ते इधर की बचा 2। ਇਹ सवाल तिरछी गुणा करन तो बाद बेसिक मैथ दी अपनी तीसरी एक्सरसाइज, तीसरी क्लास का सवाल बन गया, जो आप तीसरी के दूजी क्लास लाई है क्रॉस मल्टीप्लाई करके। इथों आप पी कढ़ सकते हैं, तो पी की है भला मूल धन। जेड़ा पी कढ़ोगे उन्होंने किसी भी समीकरण च फिट कर दो, ये उथों की कढ़ लोगे आर। जे तो पेपर च उन्होंने पी पूछया है तो पी का जवाब दे दो, उन्होंने पूछा सी रकम किन्नी सी पी, ते जे वो पूछ लेंदे कि रेट ऑफ इंटरस्ट ब्याज दर किन्नी आ, आही पी कढ़ के इहदे च पुट कर दो, उथों की पता कर लोगे भला आर। लो जी पहला इसे करके आप पी कैलकुलेट कर ही लीए कि पी कितना आया अपने को, इनू इहदे नाल गुणा करो, इनू इहदे नाल, अंदर जाके गुणा करन तो बाद मैं ज्यादा टाइम नहीं खराब करूंगा। 2040 माइनस 2p 720 नू करियो कितना आऊगा, कितना आऊगा 5040 माइनस 7p, अब माइनस का 7p इधर, माइनस 2p प्लस 7p 5p, आ परले पासे जाऊगा, कितना आ गया अपने को
3000 ਤੇ P ਕਿੰਨਾ ਆ ਗਿਆ ਆਪਣੇ ਕੋਲ, ਕਿੰਨਾ ਆ ਗਿਆ 600। ਸੋ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਕਿ P ਕਿੰਨਾ ਆ ਗਿਆ 600। P मतलब प्रिंसीपल। ਇਹ ਨਾ ਡਰ ਜਿਓ ਕਿ P ਆ ਗਿਆ ਤੇ R ਨਹੀਂ ਨਿਕਲਿਆ, ਉਹੀ P ਇੱਥੇ ਪੁੱਟ ਕਰੋ। 700 ਮਾਈਨਸ 600 ਕਿੰਨਾ ਹੁੰਦਾ ਹੈ 120। ਕਿੰਨਾ ਹੁੰਦਾ ਹੈ 120 ਬਰਾਬਰ ਹੈ, ਇੱਥੇ ਵੀ P ਪੁੱਟ ਕਰੋ ਫਿਰ। 7 ਕਿੰਨਾ ਕਿੰਨਾ P ਕਿੰਨਾ ਆਇਆ ਸੀ 600, ਇੱਥੇ 700 ਇੱਥੇ 600 ਆ ਜਾਊਗਾ, ਗੁਣਾ R ਉਵੇਂ ਹੀ ਰੱਖੋ। P ਕਿੰਨਾ ਸੀ 2, ਆਹੀ ਆ, ਇਹਦੇ ਨਾਲ ਇਹਨੂੰ ਕੱਟ ਦੋ 2 ਜ਼ੀਰੋਆਂ ਨਾਲ, ਇਹ ਕੱਟਿਆ ਗਿਆ, R ਆ ਗਿਆ 120/12 10%। ਕੀ ਪਤਾ ਅਗਲੇ ਸਵਾਲ ਚੋਂ ਰੇਟ ਆਫ ਇੰਟਰਸਟ ਪੁੱਛ ਲੈਣ। ਇਸ ਸਵਾਲ 'ਚ ਬਸ ਇੱਕੋ ਹੀ ਗੜਬੜ ਸੀਗੀ ਕਿ ਇੰਨੇ ਸਾਲਾਂ ਬਾਅਦ ਰਕਮ ਇੰਨੀ ਹੋ ਗਈ। ਆਪਾਂ ਨੂੰ ਰਕਮ ਦਾ ਫਾਰਮੂਲਾ ਨਹੀਂ ਹੁੰਦਾ, ਕੋਈ ਵਿਆਜ ਦਾ ਫਾਰਮੂਲਾ ਹੁੰਦਾ ਹੈ। ਆਪਾਂ ਨੂੰ ਰਕਮ ਨੂੰ ਵਿਆਜ 'ਚ ਲੈ ਕੇ ਜਾਣਾ ਪਿਆ, ਅਮਾਉਂਟ ਨੂੰ 720 ਮਾਈਨਸ P ਕਰਕੇ ਇੰਟਰਸਟ 'ਚ ਲੈ ਕੇ ਜਾਣਾ ਪਿਆ। ਦੂਜਾ ਪੰਗਾ ਕਿੱਥੇ ਪੈ ਗਿਆ, ਦੂਜਾ ਪੰਗਾ ਪਿਆ ਆਪਣਾ ਦੂਸਰੀ ਜਗ੍ਹਾ ਤੇ ਜਾ ਕੇ। ਤੇ ਦੂਸਰਾ ਪੁਆਇੰਟ ਜਿੱਥੇ ਆਪਣਾ ਪੰਗਾ ਪਿਆ ਉਹ ਇਸ਼ੂ ਕੀ ਬਣ ਗਿਆ ਆਪਣੇ ਕੋਲ, ਦੂਸਰਾ ਇਸ਼ੂ ਆਪਣੇ ਕੋਲ ਇਹ ਕ੍ਰੀਏਟ ਹੋ ਗਿਆ ਕਿ ਆਪਾਂ ਨੂੰ ਇਸ ਸਵਾਲ ਦੇ ਵਿੱਚ ਇਹ ਨਹੀਂ ਦਿੱਤਾ, ਆਪਾਂ ਨੂੰ ਇਸ ਸਵਾਲ ਦੇ ਵਿੱਚ ਆ ਬਿਲਕੁਲ ਨਹੀਂ ਸੀ ਦਿੱਤਾ ਕਿ ਬਈ 2 ਸਾਲਾਂ 'ਚ ਵਿਆਜ ਇੰਨਾ ਰਕਮ ਇੰਨੀ ਹੋ ਗਈ ਤੇ 8 ਸਾਲਾਂ 'ਚ ਇੰਨੀ। ਜੇ ਉਹ 2 ਸਾਲਾਂ 'ਚ ਇੰਨੀ ਹੋਊਗੀ ਤੇ 8 ਸਾਲਾਂ 'ਚ ਇੰਨੀ ਹੋਗੀ, ਪਹਿਲੀ ਇਕੁਏਸ਼ਨ 'ਚ ਆਪਾਂ 2 ਲਿਖਦੇ, ਦੂਜੀ 'ਚ 8। ਉਹ ਕਹਿੰਦਾ ਪਹਿਲੀ, ਮੈਂ ਐਗਜ਼ਾਮਪਲ ਦੇ ਰਿਹਾ 2 ਤੇ 8 ਦੀ, ਉਹਨਾਂ ਨੇ ਲਿਖਿਆ 2 ਸਾਲਾਂ 'ਚ ਰਕਮ ਇੰਨੀ ਹੋਗੀ ਤੇ 5 ਸਾਲਾਂ 'ਚ ਇੰਨੀ ਹੋਗੀ, ਪਹਿਲੀ ਇਕੁਏਸ਼ਨ 'ਚ 2 ਲਿਖਦੇ, ਦੂਜੀ 'ਚ 5। ਉਹਨੇ ਹੋਰ ਹੀ ਕੁਝ ਕਹਿਤਾ, ਕਹਿੰਦਾ 2 ਸਾਲਾਂ 'ਚ ਰਕਮ ਇੰਨੀ ਹੋਗੀ ਤੇ ਅਗਲੇ 5 ਸਾਲਾਂ 'ਚ ਰਕਮ ਇੰਨੀ ਹੋਗੀ। ਉਹ ਅਗਲਾ ਸ਼ਬਦ ਪਾ ਕੇ ਮੈਨੂੰ ਇੱਥੇ 5 ਦੀ ਬਜਾਏ ਮਜਬੂਰ ਕਰਤਾ ਕਿੰਨਾ ਲਿਖਣ ਵਾਸਤੇ, 7 ਲਿਖਣ ਵਾਸਤੇ। ਇੱਕ ਤੇ ਆ 2 5 ਕਿਉਂ ਨਹੀਂ ਲਿਖਿਆ, 7 ਕਿਉਂ ਲਿਖਿਆ? ਇੱਕ ਇੱਥੇ ਸਿੱਧਾ 720 ਤੇ 1020 ਨਾ ਪਾ ਕੇ 720 ਮਾਈਨਸ P ਕਿਉਂ ਪਾਇਆ? ਉਹ ਤੀਸਰੀ ਗੱਲ ਉਲਝਦੀ ਆ ਕਿ ਸਰ ਜਦੋਂ ਇਹੋ ਜਿਹਾ ਸਮੀਕਰਨ ਆ ਜੇ ਇਹਨੂੰ ਹੱਲ ਕਿਵੇਂ ਕਰਾਂਗੇ, ਦੋਵਾਂ ਚੋਂ P ਤੇ R ਕੱਢਾਂਗੇ ਕਿਵੇਂ? ਇਹਨਾਂ ਨੂੰ ਸੋਚ, ਆਪਣੇ ਦਿਮਾਗ 'ਚ ਹੀ ਸੋਚੋ, ਜੇ ਮੈਂ ਇਹਨੂੰ ਇਹਦੇ ਨਾਲ ਕੱਟਦਾ ਤਾਂ ਇਹਨੂੰ ਇਹਦੇ ਨਾਲ ਕੱਟੂੰਗਾ, ਇਹਦੇ ਵੀ ਉੱਪਰ P ਤੇ R ਆ, ਇਹਦੇ ਵੀ ਉੱਪਰ P ਤੇ R ਆ, ਕੱਟੇ ਹੀ ਜਾਣਗੇ। ਸਵਾਲ ਸਿਰਫ ਇਸ ਪਾਸੇ ਵਾਲਾ P ਬਚੂਗਾ, ਉਹ ਤਿਰਛੀ ਗੁਣਾ ਕਰਕੇ P ਆ ਜਾਊਗਾ। ਤੇ ਬਾਈ ਚਾਂਸ ਤੁਸੀਂ ਕਹੋਗੇ ਸਰ ਜੇ ਅਸੀਂ ਇਹਨਾਂ ਦੋਵਾਂ ਨੂੰ ਕੱਟ ਦਈਏ, ਸਾਨੂੰ ਤਾਂ ਪੁੱਛਿਆ ਗਿਆ ਰੇਟ ਆਫ ਇੰਟਰਸਟ ਕਿੰਨਾ ਹੋਊਗਾ, 5%, 10%, 15% ਕਿ 20%। ਫਿਰ ਅਸੀਂ ਕੀ ਕਰਾਂਗੇ, ਅਸੀਂ ਜਦੋਂ ਇਹਨਾਂ ਦੋਵਾਂ ਨੂੰ ਕੱਟਦੇ ਆ, R ਤਾਂ ਕੱਟਿਆ ਜਾਂਦਾ ਹੈ, ਫਿਰ ਕਿਵੇਂ ਕੱਢਾਂਗੇ ਸਵਾਲ, ਘਬਰਾਓ ਨਾ। R ਕੱਟਿਆ ਗਿਆ, P ਕੱਢ ਲਓ, P ਨੂੰ ਕਿਸੇ ਇੱਕ 'ਚ ਪੁੱਟ ਕਰਕੇ R ਕੱਢ ਲਓ, ਕਿਉਂਕਿ ਕੀ ਪਤਾ ਅਗਲਾ ਸਵਾਲ ਐਵੇਂ ਦੀਆਂ ਸਥਿਤੀਆਂ 'ਚ ਹੋਵੇ। ਨਹੀਂ, ਇਹ ਨਹੀਂ ਹੈਗਾ ਕਿ ਇਹੀ ਸੇਮ ਸਵਾਲ ਹੋਵੇ ਤੇ ਪੁੱਛਿਆ ਰੇਟ ਆਫ ਇੰਟਰਸਟ, ਵਿਆਜ ਦੀ ਦਰ ਜਾਵੇ। ਸੋ ਇਹੋ ਜਿਹੇ ਸਵਾਲਾਂ ਵਾਸਤੇ ਆਪਣੇ ਆਪ ਨੂੰ ਤੁਸੀਂ ਕਲੀਅਰ ਕੱਟ ਮੈਂਟਲੀ ਪ੍ਰਪੇਅਰ ਰੱਖਣਾ ਹੈ, ਠੀਕ ਆ। ਸੋ ਆਪਾਂ ਨੂੰ ਇਸ ਗੱਲ 'ਚ ਕਲੀਅਰ ਪਤਾ ਹੋਣਾ ਚਾਹੀਦਾ ਹੈ। ਉਮੀਦ ਕਰਦਾ ਕਿ ਇਹ ਗੱਲ ਆਪਾਂ ਨੂੰ ਕਲੀਅਰ ਹੋ ਗਈ ਹੋਊਗੀ। ਉਹ ਜਿਹੜਾ ਸਵਾਲ ਮੈਂ ਤੁਹਾਨੂੰ ਦਿੱਤਾ ਸੀਗਾ ਨੈਬ ਤਹਿਸੀਲਦਾਰ ਵਾਲਾ, ਉਹ ਸਵਾਲ ਸੋਲਵ ਕਰਕੇ ਆਇਓ। ਕੱਲ ਆਪਾਂ ਇਹਨੂੰ ਪੂਰਾ ਇੱਥੇ ਸੋਲਵ ਕਰ ਲਾਂਗੇ, ਠੀਕ ਆ। ਸੋ ਅੱਜ ਕਿਉਂਕਿ ਕੈਲਕੂਲੇਸ਼ਨਸ ਬਹੁਤ ਗੁੰਝਲਦਾਰ ਨੇ, ਟਾਈਮ ਨਹੀਂ ਆਪਾਂ ਉਹਦੇ ਤੇ ਖਰਾਬ ਕਰਨਾ ਸੀ। ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ ਜੀ ਆਪਾਂ ਨੈਕਸਟ ਕਲਾਸ 'ਚ।